ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਾਵਰ ਛਤਰ ਤਖਤਾਂ ਤੇ ਮਾਲਕ ਹਾਜ਼ਰ ਨਾਜ਼ਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਨਿੱਘੀ ਗੋਦ ਵਿੱਚ ਜੁੜ ਬੈਠ ਕਰਕੇ ਸ਼ਾਮ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਇਸ ਵੇਲੇ ਨੂੰ ਸਫਲਾ ਬਣਾ ਰਹੇ ਹੋ। ਆਓ ਇੱਕ ਇੱਕ ਪਲ ਪਰਮਾਤਮਾ ਦੀ ਮਹਿਮਾ ਦੇ ਵਿੱਚ ਬਤੀਤ ਕਰੀਏ। ਗੁਰ ਇਤਿਹਾਸ ਜੀ ਦੀ ਪਾਵਨ ਕਥਾ ਦੇ ਵਿੱਚੋਂ ਆਪ ਜੀ ਨੇ ਸਰਵਣ ਕੀਤਾ ਸੀ। ਸਿੱਧਾਂ ਦੇ ਗੁਰੂ ਗੋਰਖਨਾਥ ਦੀ ਕਚਹਿਰੀ ਵਿੱਚ ਸ਼ੰਭੂਨਾਥ ਨੇ ਗੁਰੂ ਨਾਨਕ ਸਾਹਿਬ ਜੀ ਦੇ ਵਾਸਤੇ ਕੁਝ ਐਸੇ ਸ਼ਬਦ ਵਰਤੇ ਜਿਨ੍ਹਾਂ ਨੂੰ ਸੁਣ ਕਰਕੇ ਮੰਗਲਨਾਥ ਜੀ ਨੇ ਜਵਾਬ ਦਿੱਤਾ। ਆਖਣ ਲੱਗੇ, ਗੁਰੂ ਜੀ ਸਾਡੇ ਪੰਥ ਵਿੱਚ ਬੜੀਆਂ ਕਮੀਆਂ ਨੇ, ਜੇ ਮੈਂ ਸੱਚ ਨਾ ਬੋਲਾਂ ਤੇ ਇਹ ਵੀ ਪਾਪ ਹੈ। ਗੁਰੂ ਨਾਨਕ ਪਾਤਸ਼ਾਹ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਹੈ, ਪਰ ਸ਼ੰਭੂਨਾਥ ਮੰਗਲਨਾਥ ਨਾਲ ਬਹਿਸ ਕਰਦਾ ਹੈ। ਕਹਿੰਦਾ ਇਹ ਤੇ ਗੁਰੂ ਨਾਨਕ ਸਾਹਿਬ ਦਾ ਚੇਲਾ ਬਣਿਆ ਫਿਰਦਾ ਹੈ। ਇਹ ਝਗੜਾ ਬੜੀ ਦੂਰ ਤੱਕ ਵਧਦਾ ਗਿਆ। ਆਖਰਕਾਰ ਗੋਰਖਨਾਥ ਝਟਕ ਕੇ ਪਏ ਸ਼ੰਭੂਨਾਥ ਨੂੰ, ਕਹਿੰਦੇ ਜਰਾ ਸ਼ਰਮ ਕਰ, ਕਿਉਂ ਹੰਕਾਰ ਵਿੱਚ ਭਰਿਆ ਤੂੰ ਵੱਡੀਆਂ ਵੱਡੀਆਂ ਗੱਲਾਂ ਕਰਦਾ। ਇਹਨਾਂ ਸਾਰੇ ਪ੍ਰਕਰਨਾਂ ਦਾ ਆਪ ਜੀ ਨੇ ਆਨੰਦ ਮਾਣਿਆ। ਆਓ ਕੁਝ ਸਮਾਂ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਚਿੱਤ ਬਣਾਈਏ। ਪ੍ਰੇਮ ਦੀ ਪਾਓ ਸਾਂਝ, ਗੱਜ ਵੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੋਰਖ ਕਹਿਤ ਤੁਮਰਾਰ ਪਾਈ ਘਰ ਮਾਹੀ, ਹਾਰ ਆਏ ਤਾਂ ਤੇ ਨਹਿ ਬਾਦ ਕੋ ਆਲਾਈਏ। ਜਿਸ ਵੇਲੇ ਸਿੱਧਾਂ ਦੇ ਦਰਬਾਰ ਵਿੱਚ ਗੁਰੂ ਗੋਰਖ ਦੇ ਸਾਹਮਣੇ ਮੰਗਲਨਾਥ ਅਤੇ ਸ਼ੰਭੂਨਾਥ ਚਰਚਾ ਕਰਦੇ ਆ, ਇਸ ਚਰਚਾ ਵਿੱਚ ਮੰਗਲਨਾਥ ਬੜੀਆਂ ਗਹਿਰੀਆਂ ਗੱਲਾਂ ਸੁਣਾਉਂਦੇ ਆ। ਕਹਿੰਦੇ ਤੈਨੂੰ ਰੱਬ ਦੇ ਪਿਆਰਿਆਂ ਵਿੱਚ ਵੀ ਔਗਣ ਦਿਸਦੇ ਆ ਤੇ ਸਾਨੂੰ ਔਗਣਾਂ ਦੇ ਭਰਿਆਂ ਵਿੱਚ ਵੀ ਗੁਣ ਦਿਸਦੇ ਆ। ਜਦੋਂ ਇਹ ਸਾਰੀਆਂ ਗੱਲਾਂ ਸੁਣਦੇ ਰਹੇ, ਆਖਰਕਾਰ ਗੋਰਖਨਾਥ ਗੁੱਸੇ ਵਿੱਚ ਆ ਕੇ ਸ਼ੰਭੂਨਾਥ ਨੂੰ ਕਹਿੰਦੇ ਤੂੰ ਚੁੱਪ ਰਹੇ ਤੇ ਚੰਗਾ ਹੈ। ਹਾਰ ਕੇ ਵੀ ਤੇਰੇ ਵਿੱਚੋਂ ਸ਼ੰਭੂਨਾਥ ਆਕੜ ਨਹੀਂ ਗਈ। ਤੂੰ ਈਰਖਾ ਦਾ ਭਰਿਆ, ਕਦੇ ਮੰਗਲਨਾਥ, ਕਦੇ ਗੋਪੀ ਚੰਦ, ਕਦੇ ਭਰਤਰੀ ਨੂੰ ਬੋਲਦਾ ਹੈ। ਮੈਨੂੰ ਪਤਾ ਤੇਥੋਂ ਤੇਰੀ ਹਾਰ ਬਰਦਾਸ਼ਤ ਨਹੀਂ ਹੋ ਰਹੀ, ਤੈਨੂੰ ਅੰਦਰੋਂ ਸਾੜਾ ਪੈ ਗਿਆ ਵੀ ਮੈਂ ਗਿਆ ਸੀ, ਮੇਰੀ ਸੁਣੀ ਕਿਉਂ ਨਹੀਂ, ਮੇਰੀ ਮੰਨੀ ਕਿਉਂ ਨਹੀਂ। ਇਸ ਕਰਕੇ ਤੈਨੂੰ ਗਿਆਨ ਦੀਆਂ ਗੱਲਾਂ ਵੀ ਅੱਜ ਚੁਭਦੀਆਂ ਹਨ। ਆਹੋਂ ਕੀ ਸ਼ਰੀਕਤ
ਕੀਜੈ ਮਨ ਮਾਨ ਧਰ, ਤੋਤੇ ਲਗ ਹੋਏ ਜਾਏ, ਤਾਹੀ ਕੋ ਹਟਾਈਏ। ਤੂੰ ਉਹਨਾਂ ਦਾ ਕੀ ਵਿਗਾੜ ਸਕਦਾ? ਜੇ ਤੇਰੇ ਤੋਂ ਛੋਟੇ ਹੁੰਦੇ ਤੇ ਤੂੰ ਉਹਨਾਂ ਤੇ ਭਾਰੂ ਹੁੰਦਾ। ਤੇਰੀ ਸ਼ਕਤੀ ਛੋਟੀ ਹੈ। ਉਹ ਅਨੰਤ ਕਲਾ ਦੇ ਠਾਕੁਰ ਨੇ ਅੱਜ ਇਹ ਬੋਲ ਬੋਲੇ ਨੇ ਗੋਰਖਨਾਥ ਜੀ। ਤੂੰ ਕੁਝ ਨਹੀਂ ਕਰ ਸਕਦਾ। ਹਰਾਉਣਾ ਬੜੀ ਦੂਰ ਦੀ ਗੱਲ। ਤੂੰ ਉਹਨਾਂ ਦੇ ਸਾਹਮਣੇ ਬਹਿ ਕੇ ਕੁਝ ਬੋਲ ਨਹੀਂ ਸਕਦਾ, ਪਰ ਤੂੰ ਬੋਲਿਆ ਵੀ ਹੰਕਾਰ 'ਚ। ਜੇ ਗਿਆਨ ਦੀ ਗੱਲ ਆਉਂਦੀ ਤੈਨੂੰ ਸੁਝਦਾ ਕੁਛ ਨਾ। ਸ਼ੰਭੂਨਾਥ ਆਪਣੀ ਮੱਤ ਨੂੰ ਟਿਕਾਣੇ ਰੱਖ। ਹਰਗਿਜ਼ ਕਦੇ ਉਹ ਨਹੀਂ ਹੁੰਦਾ ਜੋ ਆਪਾਂ ਚਾਹੁੰਦੇ ਆ। ਤੂੰ ਭਰਮ 'ਚ ਫਿਰਦਾ ਏ, ਭਲੇਖੇ 'ਚ ਫਿਰਦਾ ਏ। ਮੰਗਲਨਾਥ ਜੋ ਬੋਲ ਰਹੇ ਨੇ ਸੱਚ ਬੋਲਦੇ ਨੇ। ਇਹ ਕੋਈ ਪੱਖਪਾਤ ਨਹੀਂ ਕਰਦੇ। ਸੱਚ ਦਾ ਕਦੇ ਕੋਈ ਹਮੈਤੀ ਨਹੀਂ ਹੁੰਦਾ। ਸੱਚ ਸਾਰਿਆਂ ਦਾ ਹੀ ਸਾਂਝਾ ਹੁੰਦਾ। ਉਹ ਸੱਚ ਵੀ ਸੱਚ ਨਹੀਂ ਹੁੰਦਾ ਜੋ ਇਕੱਲਾ ਵਿਅਕਤੀ ਵਿਸ਼ੇਸ਼ ਦਾ ਹੋਵੇ। ਮੈਂ ਕਹਾਂ ਜੀ ਮੇਰੀ ਗੱਲ ਸੱਚੀ ਹੈ ਕਿਉਂਕਿ ਮੈਨੂੰ ਸੱਚ ਲੱਗਦਾ ਹੈ, ਪਰ ਮੇਰੀ ਸੱਚੀ ਗੱਲ ਤੇ ਤੁਹਾਨੂੰ ਐਤਵਾਰ ਨਾ ਹੋਵੇ ਤੇ ਤੁਹਾਨੂੰ ਲੱਗੇ ਝੂਠ। ਮੇਰਾ ਸੱਚ ਕਿਸੇ ਦਾ ਬੁਰਾ ਕਰਦਾ ਹੋਵੇ, ਕੀ ਉਹ ਸੱਚ ਹੈ? ਨਹੀਂ, ਕਦੇ ਵੀ ਨਹੀਂ। ਸੱਚ ਉਹ ਹੈ ਜੋ ਸਾਰਿਆਂ ਨੂੰ ਚੰਗਾ ਲੱਗੇ। ਸੱਚ ਇੱਕ ਨੂੰ ਬਚਾਉਂਦਾ ਤੇ ਦੂਜੇ ਨੂੰ ਮਰਵਾਉਂਦਾ ਨਹੀਂ। ਸੱਚ ਤੇ ਕੋਰਾ ਕਰਾਰਾ ਹੈ। ਉਹ ਜੇ ਚੁੱਭਦਾ ਤੇ ਸਾਰਿਆਂ ਨੂੰ ਹੀ ਚੁੱਭਦਾ, ਜੇ ਚੰਗਾ ਲੱਗਦਾ ਤੇ ਸਾਰਿਆਂ ਨੂੰ ਹੀ ਲੱਗਦਾ। ਉਹ ਸੱਚ ਹੈ। ਕਹਿੰਦੇ ਮੰਗਲਨਾਥ ਨੇ ਸੱਚੀਆਂ ਤੇ ਖਰੀਆਂ ਗੱਲਾਂ ਕੀਤੀਆਂ ਨੇ। ਗੋਰਖਨਾਥ ਆਖਦੇ ਆ ਸ਼ੰਭੂਨਾਥ ਤੂੰ ਭਰਮ 'ਚ ਭੁੱਲਿਆ ਫਿਰਦਾ ਏ। ਇਹਨੇ ਜੋਗਾ ਨਹੀਂ ਤੂੰ ਉਹਨਾਂ ਦੀਆਂ ਪੈੜਾਂ ਨੱਪ ਸਕੇ। ਤੁਮ ਤੇ ਵਿਸਾਲ ਜੀਤ ਲੀਨੇ ਤਾਤ ਕਾਲ ਤਿੰਨ, ਅਬ ਲੋ ਨ ਜਾਣਿਓ ਔਰ ਕੈਸੇ ਕਹਿ ਜਨਾਈਏ। ਤੇਰੇ ਤੋਂ ਵੱਡੇ ਵੱਡੇ ਬੈਠੇ ਆ ਗੋਪੀ ਚੰਦ ਭਰਤਰੀ ਤੇ ਮੰਗਲਨਾਥ। ਜੇ ਗੁਰੂ ਨਾਨਕ ਸਾਹਿਬ ਇਹਨਾਂ ਤੋਂ ਵੱਡੇ ਨੇ, ਵਿਸ਼ਾਲ ਨੇ, ਇਹ ਨਹੀਂ ਜਿੱਤ ਸਕੇ ਤੇ ਤੂੰ ਚੀਜ਼ ਕੀ ਹੈ? ਆਪਣੇ ਗੁਰੂ ਦੀਆਂ ਗੱਲਾਂ ਸੁਣ ਕੇ ਬਿਲਕੁਲ ਸ਼ਰਮਿੰਦਾ ਹੋ ਗਿਆ। ਸ਼ਰਮ ਆਉਂਦੀ ਹੁਣ ਵੀ ਗੁਰੂ ਨਾਨਕ ਸਾਹਿਬ ਕੋਲੇ ਗਿਆ, ਉੱਥੇ ਉਹਨਾਂ ਨੇ ਲਾ ਰੱਖਿਆ ਮੈਨੂੰ, ਕਿਉਂਕਿ ਝੂਠਾ ਸੀ, ਹੰਕਾਰਿਆ ਸੀ। ਫਿਰ ਮੰਗਲਨਾਥ ਨਾਲ ਬਹਿਸ ਕਰਕੇ ਬਹਿ ਗਿਆ, ਉੱਥੋਂ ਮੂੰਹ ਦੀ ਖਾਣੀ ਪੈ ਗਈ। ਹੁਣ ਗੁਰੂ ਗੋਰਖ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ। ਕਹਿੰਦੇ ਆਪ ਤੋਂ ਵੱਡਿਆਂ ਨੂੰ ਵੱਡਾ ਮੰਨਣ ਵਿੱਚ ਹਰਜ ਕੀ ਹੁੰਦਾ ਏ? ਜਾਂਦਾ ਕੀ ਹੈ? ਵੱਡੇ ਨੂੰ ਵੱਡਾ ਕਹਿ ਦਿਓ, ਇਹ ਤੁਹਾਡਾ ਬੁਢਾਪਾ। ਆਖੋ ਸਤਿਨਾਮ। ਸ਼ੰਭੂਨਾਥ ਤੂੰ ਆਪਣੀ ਗਲਤੀ ਮੰਨਦਾ ਕਿਉਂ ਨਹੀਂ? ਜੇ ਕਿਤੇ ਸ਼ੰਭੂਨਾਥ ਆਪਣੀਆਂ ਗਲਤੀਆਂ ਮੰਨ ਲੈਂਦਾ, ਜਾਂ ਦਿਨ ਥੋੜਾ ਦੇਖਣਾ ਪੈਂਦਾ। ਜਿਸ ਗੁਰੂ ਦੇ ਪਿੱਛੇ ਉਹ ਭੱਜਿਆ ਗਿਆ ਵੀ ਮੇਰੇ ਗੁਰੂ ਨੂੰ ਮੱਥਾ ਟੇਕ, ਉਹੀ ਉਹ ਗੁਰੂ ਦੁਆਲੇ ਹੋ ਗਿਆ। ਕਹਿੰਦਾ ਤੂੰ ਮੰਨਦਾ ਕਿਉਂ ਨਹੀਂ ਆਪਣੀ ਗਲਤੀ? ਤੇਰੇ ਅੰਦਰ ਹੰਕਾਰ ਬੋਲਦਾ ਹੈ, ਕਿਉਂਕਿ ਹੰਕਾਰ ਦੇ ਭਰੇ ਮਨੁੱਖ ਨੂੰ ਕਦੇ ਆਪਣੇ ਵਿੱਚ ਗਲਤੀ ਦਿਸਦੀ ਨਹੀਂ। ਤੇ ਨਿਮਰਤਾ ਦਾ ਭਰਿਆ ਮਨੁੱਖ, ਉਹਨੂੰ ਆਪਣੇ ਆਪ 'ਚ ਗੁਣ ਦਿਸਦਾ ਕੋਈ ਨਹੀਂ। ਉਹ ਕਹਿੰਦਾ ਮੈਂ ਔਗੁਣਾਂ ਦਾ ਹੀ ਭਰਿਆ। ਹਮੇ ਆਪ ਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵੇਖਿਆ ਵੇਖ ਖਾਹੀ। ਕੀ ਇਹ ਔਗੁਣਾਂ ਦੇ ਭਰੇ ਆ? ਨਹੀਂ, ਨਿਮਰਤਾ ਦੇ ਭਰੇ ਆ। ਨਿਮਾਨ ਵਿੱਚ ਨੇ, ਮਿਠਾਸ ਵਿੱਚ ਨੇ, ਪ੍ਰੇਮ ਵਿੱਚ ਨੇ। ਗੁਰੂ ਨਾਨਕ ਸਾਹਿਬ ਦੀ ਮਹਿਮਾ ਅੱਜ ਗੋਰਖਨਾਥ ਨੇ ਆਪ ਕੀਤੀ। ਕਹਿੰਦਾ ਵੱਡੇ ਨੂੰ ਵੱਡਾ ਕਹਿਣ ਵਿੱਚ ਕੋਈ ਹਰਜ ਨਹੀਂ ਹੁੰਦਾ। ਛੋਟੇ ਨੂੰ ਛੋਟਾ ਕਿਹਾ ਵੀ ਕਦੇ ਕੁਝ ਜਾਂਦਾ ਨਹੀਂ। ਕਬਿਤ ਸਿੱਧ ਸਾਧੂ ਕੋ ਬਾਤ, ਐਸੀ ਕਰੀ ਚਾਹੀਏ ਜੋ ਉੱਚੇ ਸਭ ਜਾਣੈ, ਨੀਚੋ ਆਪ ਮਨ ਕੀਜੀਏ। ਗੁਰੂ ਗੋਰਖਨਾਥ ਗੁੱਸੇ ਵਿੱਚ ਆ ਕੇ ਬੋਲਦੇ ਨੇ। ਕਹਿੰਦੇ ਸ਼ੰਭੂਨਾਥ ਇਹੋ ਜੀਆਂ ਗੱਲਾਂ ਸਿੱਧਾਂ ਨੂੰ, ਪੁਰਖਾਂ ਨੂੰ, ਮਨੁੱਖਾਂ ਨੂੰ, ਰੱਬ ਦੇ ਪਿਆਰਿਆਂ ਨੂੰ ਕਰਨੀਆਂ ਨਹੀਂ ਚਾਹੀਦੀਆਂ, ਜਿਨ੍ਹਾਂ ਨੂੰ ਕਰਕੇ ਦੁਨੀਆ ਤੁਹਾਨੂੰ ਬੁਰਾ ਆਖੇ, ਜਿਨ੍ਹਾਂ ਗੱਲਾਂ ਨੂੰ ਕਰਕੇ ਤੁਹਾਡਾ ਆਪਣਾ ਮਨ ਦੁਖੀ ਹੋਵੇ। ਤੂੰ ਸਿੱਧੀਆਂ ਗੱਲਾਂ ਕਰਦਾ। ਜੇ ਤੈਨੂੰ ਲੱਗਿਆ ਸੀ ਗੁਰੂ ਨਾਨਕ ਸਾਹਿਬ ਤੇ ਮੇਰਾ ਜ਼ੋਰ ਨਹੀਂ ਚੱਲਦਾ, ਕੋਈ ਮੇਰੇ ਤੋਂ ਵੱਡੇ ਨੇ, ਮੱਥਾ ਟੇਕ ਆਉਂਦਾ ਕੀ ਚਲੇ ਜਾਂਦਾ। ਤੂੰ ਉੱਥੇ ਹਾਰ ਕੇ ਵੀ ਆਇਆ, ਭੱਜ ਕੇ ਵੀ ਆਇਆ। ਜਾ ਜਿੱਤਦਾ ਫਿਰ ਭੱਜਦਾ ਨਾ। ਹਾਰ ਗਿਆ ਹੈ, ਭੱਜ ਕੇ ਆਇਆ। ਹਾਰੇ ਹੋਏ ਦਾ ਨਖਰਾ ਵੀ ਨਖਰਾ ਗੁਨਾਹ ਹੁੰਦਾ। ਆਖੋ ਸਤਿਨਾਮ।
ਜਿੱਤੇ ਹੋਏ ਦੇ ਗੁਨਾਹ ਵੀ ਲੋਕ ਨਾ ਸ਼ੁਭ ਮੰਨਦੇ ਆ, ਕਹਿੰਦੇ ਗੁਨਾਹ ਨਹੀਂ ਹੈ, ਸਟਾਈਲ ਨੇ ਬੰਦੇ ਦੇ। ਵੱਡਿਆਂ ਦੀਆਂ ਗੱਲਾਂ ਹੀ ਐਸੀਆਂ ਹੁੰਦੀਆਂ। ਵੱਡਾ ਬੰਦਾ ਠੱਗੀ ਮਾਰੇ ਅਰਬਾਂ ਖਰਬਾਂ ਪਤੀ, ਲੋਕੀ ਕਹਿੰਦੇ ਫਿਰ ਕੀ ਹੈ, ਐਡਾ ਬਿਜ਼ਨਸ ਹੈ, ਜੇ ਮਾੜੇ ਮੋਟੇ ਕੰਮ ਕਰ ਲੇ ਤਾਂ ਕੀ ਹੈ। ਹੁਣ ਛੋਟਾ ਬੰਦਾ ਠੱਗੀ ਮਾਰ ਲੇ, ਲੋਕੀ ਕਹਿੰਦੇ ਸਾਰੇ ਟੱਬਰ ਚੋਰਾਂ ਦਾ, ਇਹਦੇ ਠੱਗ ਨੇ, ਇਹ ਲੁੱਟ ਲੈਣਗੇ। ਕਿਉਂਕਿ ਵੱਡਾ ਗੁਨਾਹ ਕਰੇ ਉਹਦਾ ਗੁਨਾਹ ਵੱਡਾ ਹੋ ਸਕਦਾ ਏ, ਪਰ ਜੇ ਸੋਚਣ ਵਾਲਾ ਖਿਆਲ ਕਰਨ ਵਾਲਾ ਨੇੜੇ ਉਦਾਂ ਦਾ ਹੋਵੇ। ਪਰ ਆਮ ਦੁਨੀਆ ਦੇ ਵਿੱਚ ਵੱਡੇ ਦੇ ਗੁਨਾਹ ਨੂੰ ਛੁਪਾਇਆ ਜਾਂਦਾ ਹੈ, ਛੋਟੇ ਦੇ ਗੁਨਾਹ ਨੂੰ ਉਛਾਲਿਆ ਜਾਂਦਾ ਹੈ। ਕਹਿਣ ਲੱਗੇ ਤੂੰ ਗੁਰੂ ਨਾਨਕ ਸਾਹਿਬ ਦੇ ਕੋਲੇ ਗਿਆ, ਆਪਣੇ ਹੰਕਾਰ ਵਿੱਚ ਲੜ ਕੇ ਆਇਆ, ਝਗੜ ਕੇ ਆਇਆ, ਠੀਕ ਹੈ, ਅਸੀਂ ਕੁਛ ਨਹੀਂ ਕਿਹਾ, ਪਰ ਤੂੰ ਇੱਥੇ ਸਿੱਧਾ ਨਾਲ ਹੀ ਉਲਝੀ ਜਾਂਦਾ ਹੈ। ਹੁਣ ਜੇ ਅਸੀਂ ਬਾਹਰੋਂ ਲੋਕਾਂ ਨਾਲ ਲੜ ਕੇ ਆਈਏ, ਕਮ ਸੇ ਕਮ ਸਾਡੇ ਨਾਲ ਖੜਨ ਵਾਲਾ ਤੇ ਕੋਈ ਚਾਹੀਦਾ ਨਾ, ਵੀ ਚਾਰ ਬੰਦੇ ਤੇ ਮੈਂ ਇਦਾਂ ਦੇ ਬਣਾ ਲਾਂ ਵੀ ਜੋ ਅੰਤ ਵੇਲੇ ਵੀ ਮੇਰੇ ਨਾਲ ਖੜਨ, ਮੋਢਿਆਂ ਤੇ ਚੁੱਕ ਲੈਣ। ਬੰਦਿਆ ਹਰ ਇੱਕ ਨਾਲ ਵੈਰ ਪਾ ਕੇ ਕਿਸੇ ਇੱਕ ਨੂੰ ਤੇ ਆਪਣਾ ਬਣਾ ਲਾ। ਕੋਈ ਇੱਕ ਤੇ ਹੋਵੇ ਤੇਰੇ ਹੱਕ 'ਚ ਖੜਨ ਵਾਲਾ, ਆਖੇ ਚੰਗਾ ਏ। ਬੜੇ ਲੋਕ ਇਦਾਂ ਦੇ ਹੁੰਦੇ ਜਿਨ੍ਹਾਂ ਦੀ ਜ਼ਿੰਦਗੀ 'ਚ ਸਾਰੇ ਮਾੜੇ ਹੁੰਦੇ। ਇੱਕ ਭਰਮ ਹੁੰਦਾ ਮੈਂ ਹੀ ਚੰਗਾ, ਮੈਂ ਹੀ ਸਿਆਣਾ। ਹੁਣ ਇੱਥੇ ਸ਼ੰਭੂਨਾਥ ਨੂੰ ਕੌਣ ਕੌਣ ਬੁਰਾ ਲੱਗਦਾ? ਮੰਗਲਨਾਥ ਕਹਿੰਦਾ ਗੁਰੂ ਨਾਨਕ ਦਾ ਚੇਲਾ ਹੈ, ਗੋਪੀ ਚੰਦ ਕਹਿੰਦਾ ਇਹ ਵੀ ਉਹਨਾਂ ਦੀ ਗੱਲ ਕਰਦਾ ਹੈ, ਭਰਤਰੀ ਕਹਿੰਦਾ ਇਹ ਵੀ ਵਡਿਆਈ ਕਰਦਾ ਹੈ। ਹੁਣ ਉਹਨੂੰ ਆਪਣੇ ਗੁਰੂ 'ਚ ਵੀ ਬੁਰਾਈ ਲੱਗਦੀ ਵੀ ਇਹ ਵੀ ਬਾਬੇ ਨਾਨਕ ਦਾ ਹੀ ਉਪਾਸ਼ਕ ਬਣਦਾ। ਸਤਿਨਾਮ। ਅਜੇ ਵੀ ਕਿਤੇ ਨਾ ਕਿਤੇ ਪਛਤਾਤਾਪ ਕਰਕੇ ਉਹਨੂੰ ਲੱਗਦਾ ਵੀ ਮੈਂ ਗਲਤ ਨਹੀਂ ਆ। ਇਸੇ ਕਰਕੇ ਗੁਰੂ ਗੋਰਖ ਝੜਕ ਝੜਕ ਕੇ ਪੈਂਦਾ ਏ, ਕੁੱਦ ਕੁੱਦ ਕੇ ਪੈਂਦਾ ਏ। ਸ਼ੰਭੂਨਾਥ ਆਪਣੇ ਆਪ ਦਾ ਅਭਿਮਾਨ ਵਿਸਾਰ, ਮਾਣ ਖਤਮ ਕਰ। ਇਹ ਮਾਣ ਮਨੁੱਖ ਨੂੰ ਦੁਖੀ ਕਰਦਾ ਹੈ, ਪਰੇਸ਼ਾਨ ਕਰਦਾ ਹੈ। ਕਦੇ ਨੀਵਾਂ ਹੋ ਕੇ ਵੇਖ, ਮੰਨਿਆ ਤੂੰ ਗੁਰੂ ਨਾਨਕ ਸਾਹਿਬ ਨਾਲ ਵੈਰ ਪਾ ਕੇ ਆਇਆ, ਇੱਕ ਅਲੱਗ ਗੱਲ ਹੈ। ਤੂੰ ਤੇ ਮੰਗਲਨਾਥ ਦੀ ਭਗਤੀ ਨਹੀਂ ਵੇਖੀ, ਉੱਥੇ ਵੈਰ ਪਾ ਕੇ ਬਹਿ ਗਿਆ ਵੀ ਮੈਂ ਹੀ ਵੱਡਾ ਤੇ ਮੈਂ ਹੀ ਸਿਆਣਾ। ਇਹ ਨਹੀਂ ਹੁੰਦਾ। ਵੱਡਿਆਂ ਨੂੰ ਜਰਨਾ ਸਿੱਖ, ਮਾਣ ਸਨਮਾਨ ਦਿਓ, ਛੋਟਿਆਂ ਨੂੰ ਪਿਆਰ ਦਿਓ। ਕਹਿੰਦੇ ਸ਼ੰਭੂਨਾਥ ਨੇ ਸੁਣਿਆ, ਸੁਣ ਕੇ ਚੁੱਪ ਜਿਹਾ ਹੋ ਗਿਆ। ਕਿਤੇ ਨਾ ਕਿਤੇ ਖਿਝ ਚੜ੍ਹਦੀ ਹੈ ਵੀ ਮੇਰਾ ਗੁਰੂ ਉਹਨਾਂ ਵੱਲ ਕਿਉਂ ਹੈ। ਜੇ ਇਹਨਾਂ ਕੁ ਸੋਚ ਲੈਂਦਾ ਵੀ ਗੁਰੂ ਜੀ ਦਾ ਪੱਖ ਕਰਦਾ, ਇਹਦਾ ਮਤਲਬ ਉਹ ਮਹਾਨ ਹੈ। ਸੋਚਦਾ ਹੀ ਫਰਕ ਹੈ ਨਾ। ਮੈਂ ਕਹਾਂ ਮੇਰੇ ਵਿੱਚ ਗਲਤੀ ਕੋਈ ਨਹੀਂ, ਪਰ ਮੈਨੂੰ ਹਰ ਬੰਦਾ ਗਲਤ ਆਖੇ, ਇੱਕ ਆਖੇ, ਦੋ ਆਖੇ, ਚਾਰ ਆਖਣ ਤੇ ਮੈਂ ਮੰਨਾਂ ਹੀ ਨਾ। ਪਰ ਜਿੱਦਣ ਮੇਰੇ ਚਾਰ ਬੰਦਿਆਂ ਨੇ ਕਹਿਤਾ ਤੂੰ ਗਲਤ ਹੈ, ਮੈਨੂੰ ਮੰਨ ਲੈਣਾ ਚਾਹੀਦਾ। ਸ਼ਾਇਦ ਗਲਤੀ ਹੋ ਗਈ ਹੋਏ, ਹੁੰਦੀਆਂ ਹੋਣਗੀਆਂ, ਮਨੁੱਖ ਗਲਤ ਹੈ, ਭੁੱਲਣਹਾਰ ਹੈ। ਪਰ ਸ਼ੰਭੂਨਾਥ ਨੂੰ ਜਦੋਂ ਗੋਪੀ ਚੰਦ ਨੇ ਵੀ ਸਮਝਾਇਆ, ਕਹਿੰਦਾ ਗੁਰੂ ਜੀ ਤੋਂ ਮਾਫੀ ਮੰਗ, ਨਹੀਂ ਬੋਲਿਆ। ਮਤਲਬ ਸ਼ੰਭੂਨਾਥ ਮਾਫੀ ਨਹੀਂ ਮੰਗਣੀ ਚਾਹੁੰਦਾ। ਜਿਹੜਾ ਬੰਦਾ ਮਾਫੀ ਨਹੀਂ ਮੰਗਦਾ ਉਹਨੂੰ ਇਹ ਲੱਗਦਾ ਵੀ ਮੈਂ ਕੁਝ ਗਲਤ ਕੀਤਾ ਹੀ ਨਹੀਂ, ਉਹਨੂੰ ਪਛਤਾਤਾਪ ਨਹੀਂ ਹੁੰਦਾ। ਹੋ ਹੀ ਗਿਆਨੀ ਧਿਆਨੇ ਵੱਡ ਗੁਨੀ, ਹੋ ਸੁਜਾਨੀ ਜੋ ਐਸੇ ਮਨ ਮਾਨੀ। ਫੇਰ ਉਸ ਵੇਲੇ ਗੋਰਖਨਾਥ ਕਹਿੰਦੇ ਤੈਨੂੰ ਮਾਣ ਹੈ, ਹੋ ਹੀ ਗਿਆਨੀ, ਹੋ ਹੀ ਧਿਆਨੀ, ਵੀ ਮੈਂ ਹੀ ਗਿਆਨੀ ਆ, ਮੈਂ ਹੀ ਧਿਆਨੀ ਆ, ਮੈਂ ਹੀ ਸੁਜਾਨੀ ਸਿਆਣਾ। ਸ਼ੰਭੂਨਾਥ ਇਹ ਭੁਲੇਖਾ ਨਾ ਰੱਖ, ਦੁਨੀਆ ਤੇ ਇੱਕ ਤੋਂ ਇੱਕ ਗਿਆਨੀ ਨੇ, ਇੱਕ ਤੋਂ ਇੱਕ ਧਿਆਨ ਲਾਉਣ ਵਾਲੇ ਬੈਠੇ ਆ, ਤੇ ਇੱਕ ਤੋਂ ਇੱਕ ਸੁਜਾਨੀ ਸਿਆਣੇ ਬੈਠੇ ਆ, ਇੱਕ ਤੋਂ ਇੱਕ ਅੰਤਰਜਾਮੀ ਬੈਠੇ। ਆਪਾਂ ਕੀ ਆ? ਕੁਛ ਵੀ ਨਹੀਂ। ਅਵੇਕ ਸਿੱਧ ਮੰਡਲੀ ਭਰੀ ਪਈ ਹੈ, ਇੱਕ ਤੋਂ ਇੱਕ ਸਿਆਣਾ ਸਿੱਧ ਬੈਠਾ ਹੈ, ਪਰ ਜਤਾਉਂਦਾ ਨਹੀਂ, ਰੌਲਾ ਨਹੀਂ ਪਾਉਂਦਾ। ਇਹ ਬੜੇ ਸ਼ਾਂਤ ਚਿੱਤ ਹਨ। ਸੋ ਤਿਆਗ ਮਤ ਦੀਜੀਏ। ਤੂੰ ਏਦਾਂ ਕਰ, ਜੇ ਤੂੰ ਮੈਨੂੰ ਗੁਰੂ ਮੰਨਦਾ ਨਾ, ਹੈ ਕੰਮ ਔਖਾ, ਆਪਣੀ ਮਤ ਤਿਆਗ ਦੇ। ਬਾਣੀ ਲਿਖਦੀ, ਮਨ ਕੀ ਮਤ ਤਿਆਗੋ ਅੰਧੇ। ਗੁਰੂ ਸਾਹਿਬ ਕਹਿੰਦੇ ਉਹ ਅਕਲ ਦੇ ਆਨੇ, ਆਪਣੀ ਮਤ ਛੱਡ, ਆਪਣੀ ਹਉਮੈ ਛੱਡ, ਹੰਕਾਰ ਛੱਡ। ਤੇਰੇ ਵਰਗੇ ਬੜੇ ਆਏ ਤੇ ਬੜੇ ਤੁਰ ਗਏ, ਤੇ ਔਕਾਤ ਕੋਈ ਨਹੀਂ ਮਨੁੱਖ ਦੀ। ਪਰ ਤੈਨੂੰ ਭੁਲੇਖਾ ਪੈ ਗਿਆ ਵੀ ਮੇਰੇ ਵਰਗਾ ਸਿਆਣਾ ਹੀ ਕੋਈ ਨਹੀਂ, ਮੇਰੇ ਵਰਗਾ ਚੰਗਾ ਹੀ ਕੋਈ ਨਹੀਂ। ਸ਼ੰਭੂਨਾਥ ਨੂੰ ਸਪਸ਼ਟ ਸ਼ਬਦਾਂ ਵਿੱਚ ਸਿੱਧਾਂ ਦੇ ਸਾਹਮਣੇ ਅੱਜ ਕੌਣ ਕਹਿੰਦਾ? ਗੋਰਖਨਾਥ ਕਹਿੰਦਾ ਭਰਮ ਛੱਡ ਦੇ। ਭਰਮ ਕੀ ਹੈ? ਮੈਂ ਸਿਆਣਾ ਤੇ ਮੈਂ ਚੰਗਾ, ਮੈਂ ਗਿਆਨੀ, ਮੈਂ ਧਿਆਨੀ। ਕਹਿੰਦੇ ਭੁਲੇਖਾ ਹੈ, ਛੇਤੀ ਦੂਰ ਹੋ ਜਾਏਗਾ। ਸੰਤ ਸਾਧ ਦੀਰਘ ਹੈ, ਦੀਰਘ ਤੇ ਦੀਰਘ ਹੈ,
ਮਾਨ ਕੋ ਬਿਦਾਰੇ ਸੋ ਨਰਿੰਜਨ ਲਹੀਜੀਏ। ਕਹਿੰਦੇ ਮੱਤ ਆਪਣੀ ਛੱਡਣੀ ਆ, ਕੀ ਸੋਚਣਾ ਏ? ਐਦਾਂ ਸੋਚਿਆ ਕਰ, ਸਾਧੂ ਸੰਤ ਰੱਬ ਦੇ ਪਿਆਰੇ ਵੱਡੇ ਨੇ, ਵੱਡਿਆਂ ਤੋਂ ਵੱਡੇ ਨੇ, ਤੇ ਰੱਬ ਉਹਨਾਂ ਤੋਂ ਵੱਡਾ ਏ। ਮੈਂ ਕੱਲ ਵੀ ਕੁਝ ਨਹੀਂ ਸੀ, ਅੱਜ ਵੀ ਕੁਝ ਨਹੀਂ, ਤੇ ਕੱਲ ਵੀ ਕੁਝ ਨਹੀਂ ਹੋਵਾਂਗਾ। ਆਖੋ ਸਤਿਨਾਮ। ਸ਼ੰਭੂਨਾਥ ਜੇ ਸ਼ਾਂਤ ਹੋਣਾ ਕੁਝ ਖੱਟਣਾ ਤੇ ਇਦਾਂ ਨਾ ਹਉਮੈ ਵਿੱਚ ਰੌਲਾ ਪਾਉਣ ਵਾਲੇ ਖੱਟਦੇ ਨਹੀਂ, ਜੋ ਕੁਝ ਹੁੰਦਾ ਉਹ ਵੀ ਗਵਾ ਲੈਂਦੇ, ਉਹ ਵੀ ਆਪਣਾ ਨਹੀਂ ਰਹਿੰਦਾ। ਧਨ ਦੌਲਤ ਸ਼ੌਹਰਤ ਹੰਕਾਰੀਆਂ ਦੇ ਕੋਲ ਰਹਿੰਦਾ ਕਦੇ? 4 ਦਿਨ ਦਾ ਮਾਣ ਹੁੰਦਾ, ਮੁੜ ਕੇ ਲੋਕ ਹਾਲ ਪੁੱਛਣ ਵੜ ਜਾਂਦੇ, ਛੱਡ ਜਾਂਦੇ, ਭੁੱਲ ਜਾਂਦੇ ਆ। ਪਰ ਜੇ ਬੰਦੇ ਵਿੱਚ ਗੁਣ ਹੋਣ ਚੰਗੇ, ਕੋਈ ਉਹਦੀ ਗਰੀਬੀ ਦੇ ਵਿੱਚ ਵੀ ਲੋਕ ਨਾਲ ਖੜਦੇ, ਕਹਿੰਦੇ ਕੀ ਹੋਇਆ, ਮਾਇਆ ਹੀ ਥੋੜਾ ਸਾਰਾ ਕੁਛ ਹੈ। ਬੰਦੇ ਦਾ ਬਿਹੇਵੀਅਰ, ਚਾਲ ਚੱਲਣ, ਉਹਦੀ ਸ਼ੋਭਾ, ਉਹਦਾ ਪਿਆਰ, ਉਹਦਾ ਸੁਭਾਅ ਕਿੰਨਾ ਚੰਗਾ ਹੈ। ਸ਼ੰਭੂਨਾਥ ਨੂੰ ਇੱਕੋ ਗੱਲ ਸਮਝਾਈ, ਕਹਿੰਦੇ ਛੱਡ ਦੇ ਸਾਰਾ ਹੰਕਾਰ, ਵੱਡਾ ਮੰਨਿਆ ਕਰ, ਕਿਉਂਕਿ ਵਾਹਿਗੁਰੂ ਨੇ ਬਹੁਤ ਕੁਝ ਐਸਾ ਬਣਾਇਆ ਹੋਇਆ ਜਿਹਦੇ ਬਾਰੇ ਅਸੀਂ ਕੁਝ ਨਹੀਂ ਜਾਣਦੇ। ਸੁਣੇ ਪਰ ਗੁਣ ਨਹੀਂ ਕੀਜੈ ਮਤ ਸਰ ਮਨ, ਤਾਂ ਕੋ ਜਸ ਅਗਨ ਮੈਂ ਤਨ ਨਫ ਕੀਜੀਏ। ਤੇ ਫੇਰ ਸ਼ੰਭੂਨਾਥ ਸ਼ਰਮਿੰਦਾ ਹੋ ਕੇ ਹੱਥ ਜੋੜ ਕੇ ਆਪਣੇ ਗੁਰੂ ਨੂੰ ਪੁੱਛਦਾ, ਕਹਿੰਦਾ ਗੁਰੂ ਕਿਰਪਾ ਕਰੋ। ਗੁਰੂ ਅੱਗੋਂ ਦੱਸਦੇ ਆ, ਕਹਿੰਦੇ ਪਰਾਏ ਦਾ ਗੁਣ, ਪਰਾਏ ਦੀ ਮਾਇਆ, ਪਰਾਏ ਦਾ ਧਨ, ਪਰਾਏ ਦਾ ਪਦਾਰਥ ਵੇਖ ਸੜਨਾ ਨਹੀਂ, ਈਰਖਾ ਨਹੀਂ ਕਰਨੀ, ਖੁਸ਼ ਹੋਣਾ ਹੈ, ਸ਼ੁਕਰਗੁਜ਼ਾਰ ਹੋਣਾ ਹੈ ਰੱਬ ਦਾ। ਵੀ ਰੱਬਾ ਮੇਰਿਆ ਇਸ ਬੰਦੇ ਦੀ ਲਿਆਕਤ ਵੇਖ ਕੇ ਤੂੰ ਦਿੰਦਾ ਹੋਣਾ, ਕਹਿੰਦੇ ਸ਼ੁਕਰ ਕਰਿਆ ਕਰ। ਕਿਸੇ ਦਾ ਗੁਣ ਵੇਖ ਸੜਨਾ ਨਹੀਂ ਈਰਖਾ ਦੇ ਵਿੱਚ, ਕਹਿੰਦੇ ਤੈਨੂੰ ਦੁੱਖ ਕਦੇ ਨਹੀਂ ਹੋਣਾ। ਬਾਣੀ ਲਿਖਦੀ ਹੈ ਨਾ, ਪਰ ਕਾ ਬੁਰਾ ਨਾ ਰਾਖੋ ਜੀਤ, ਤੁਮ ਕੋ ਦੁੱਖ ਨਹੀਂ ਭਾਈ ਵੀ ਪਰਾਏ ਦਾ ਬੁਰਾ ਨਾ ਰੱਖ। ਕਹਿੰਦੇ ਛੱਡ ਦੇ ਸਾਰੀਆਂ ਗੱਲਾਂ, ਮੈਂ ਸਿਆਣਾ ਹਾਂ, ਮੈਂ ਵੱਡਾ ਹਾਂ, ਇਹ ਭੁਲੇਖਾ ਤੇਰੇ ਮਨ ਦੇ ਵਿੱਚ। ਇੱਥੇ ਕੋਈ ਸਿਆਣਾ ਨਹੀਂ, ਵੱਡੇ ਵੱਡੇ ਸਿਆਣੇ ਰਾਵਣ ਵਰਗੇ ਤੁਰ ਗਏ। ਸਿਆਣਪਾਂ ਵੀ ਕਿਸੇ ਕੰਮ ਅੰਤ ਵੇਲੇ ਨਹੀਂ ਆਈਆਂ। ਸ਼ੰਭੂਨਾਥ ਨਿਮਰਤਾ ਚ ਰਿਹਾ ਕਰ, ਦੂਜੇ ਨਾਲ ਹਮਦਰਦੀ ਕਰਿਆ ਕਰ, ਆਪਣੇ ਆਪ ਨੂੰ ਨੀਵਾਂ ਜਾਣਿਆ ਕਰ। ਜੇ ਸਿੱਧ ਹੋਰ ਵੱਡਾ ਹੋਣਾ, ਅਵਸਥਾ ਦਾ ਪਾਤਰ ਬਣਨਾ। ਖੱਟਦਾ ਕੌਣ ਹੈ ਜੀ? ਪਰਿਵਾਰ ਵਿੱਚ ਨਾ ਇੱਕ ਬੱਚਾ ਇਦਾਂ ਦਾ ਹੋਵੇ, ਸਭ ਦੇ ਪੈਰੀ ਹੱਥ ਲਾਉਂਦਾ, ਸਤਿ ਸ੍ਰੀ ਅਕਾਲ ਕਰਦਾ, ਕਿਸੇ ਨੂੰ ਜਵਾਬ ਨਹੀਂ ਦਿੰਦਾ। ਮੈਂ ਕਹਿੰਦਾ ਜੇ ਇੱਕ ਛੱਡੋ ਜੀ, 10 ਐਬ ਵੀ ਹੋਣਗੇ ਨਾ, ਔਗਣ ਵੀ ਹੋਣਗੇ, ਉਹ ਦਿਸਦੇ ਨਹੀਂ, ਕਿਉਂਕਿ ਉਹਦੇ ਕੁਝ ਗੁਣ ਹੀ ਐਸੇ ਚੰਗੇ ਨੇ ਜਿਨ੍ਹਾਂ ਕਰਕੇ ਹਰ ਬੰਦਾ ਉਹਦੇ ਗੁਨਾਹਾਂ ਨੂੰ ਛੱਡ ਕੇ ਉਹਨੂੰ ਪਿਆਰ ਕਰਦਾ। ਇੱਕ ਬਹੁਤ ਚੰਗਾ ਸੁਭਾਅ ਕਰਕੇ ਵੀ, ਪਰ ਉਹਨੂੰ ਬੋਲਣ ਦਾ ਨਹੀਂ ਪਤਾ, ਹੰਕਾਰੀ ਬਹੁਤ ਹੈ, ਮਾਂ-ਬਾਪ ਦੀ ਇੱਜ਼ਤ ਨਹੀਂ ਕਰਦਾ, ਪੜ੍ਹ ਕੇ ਵੀ ਆਉਂਦਾ, ਚੰਗੇ ਨੰਬਰ ਵੀ ਲੈਂਦਾ, ਸਭ ਕੁਝ ਚੰਗਾ, ਪਰ ਮਾਪੇ ਉਹਨੂੰ ਛੇੜਨਾ ਹੀ ਨਹੀਂ ਚਾਹੁੰਦੇ। ਕਹਿੰਦੇ ਪਤਾ ਨਹੀਂ ਕੀ ਬੋਲਦੇ, ਗੋਪੇ ਤੇ ਪਾਣੀ ਮੰਗਣਾ ਵੀ ਗੁਨਾਹ ਹੈ। ਸੁਭਾਅ ਦੀ ਗੱਲ ਹੈ, ਨਿਮਰਤਾ ਦੀ ਗੱਲ ਹੈ ਨਾ। ਗੁਰੂ ਨੇ ਸਪਸ਼ਟ ਕਹਿ ਦਿੱਤਾ, ਜੇ ਨੀਵਾਂ ਹੋ ਕੇ ਚੱਲੇਗਾ, ਸਿੱਧਾਂ ਵਾਲੇ ਗੁਣ ਤੇਰੇ ਵਿੱਚ ਆ ਜਾਣਗੇ, ਤੇਰੀ ਵਡਿਆਈ ਜੱਗ ਕਰੇਗਾ। ਪਰ ਅਜੇ ਤੇ ਸ਼ੰਭੂਨਾਥ ਈਰਖਾ ਵਸ ਤੂੰ ਕਿਸੇ ਦੀ ਵਡਿਆਈ ਨਹੀਂ ਕਰ ਸਕਦਾ, ਸੱਚ ਨੂੰ ਸੱਚ ਨਹੀਂ ਕਹਿ ਸਕਦਾ। ਹੁੰਦਾ ਸਾਡੇ, ਮੰਨ ਲਓ ਕਿਸੇ ਨੇ ਕੱਪੜੇ ਪਾਏ ਆ, ਸੋਹਣੇ ਪਾਏ ਆ, ਮਹਿੰਗੇ, ਸਾਨੂੰ ਕਿਸੇ ਨੇ ਪੁੱਛਿਆ ਕਿਵੇਂ ਲੱਗੇ, ਅਸੀਂ ਗਏ ਸੜ, ਅੰਦਰੋਂ ਈਰਖਾ ਹੋ ਗਈ ਵੀ ਮੇਰੇ ਨਾਲ ਮਹਿੰਗਾ ਸੂਟ ਹੈ। ਉਹਨੂੰ ਪਤਾ ਕੀ ਕਿਹਾ, ਇੱਡੀ ਗੱਲ ਨਹੀਂ ਹੈ, ਅੰਦਰੋਂ ਪਤਾ ਹੈ ਕੱਪੜੇ ਮਹਿੰਗੇ ਆ, ਵਧੀਆ ਨੇ, ਇੰਪੋਰਟਡ ਨੇ, ਪਰ ਅੱਗ ਲੱਗੇ ਸਾਡੀ ਉਸ ਈਰਖਾ ਨੂੰ, ਜਿਹੜੀ ਇਹ ਸੋਚਦੀ ਵੀ ਜੇ ਮੈਂ ਵਧੀਆ ਕਹਤੇ ਇਹ ਮੇਰੇ ਤੋਂ ਵੱਡਾ ਹੋ ਜਾਊਗਾ, ਉੱਚਾ ਹੋ ਜਾਊਗਾ। ਪਰ ਜੇ ਕਿਤੇ ਕਹਿ ਦਿੰਦਾ ਸੱਚ ਨੂੰ ਸੱਚ, ਇਹ ਚੰਗੇ ਨੇ, ਮਾੜੇ ਨੂੰ ਮਾੜਾ ਕਹਿ ਦਿੰਦਾ, ਹਾਂ ਭਾਈ ਇਹ ਠੀਕ ਨਹੀਂ, ਮੇਰੇ ਲਾਇਕ ਨਹੀਂ, ਗੁੱਸਾ ਕਾਹਦਾ ਹੈ, ਵੈਰ ਕਾਹਦਾ ਹੈ। ਜਦੋਂ ਸ਼ੰਭੂਨਾਥ ਨੇ ਸੁਣਿਆ, ਉਹਦੀਆਂ ਅੱਖਾਂ 'ਚੋਂ ਹੰਝੂ ਆ ਗਏ ਵੀ ਇਹ ਤੇ ਗੱਲ ਸੱਚ ਹੈ। ਮੈਨੂੰ ਤੇ ਇਹੀ ਲੱਗਦਾ ਸੀ 84 ਸਿੱਧਾਂ ਦੇ ਵਿੱਚੋਂ ਮੇਰੇ ਵਰਗਾ ਸਿੱਧ ਕੋਈ ਨਹੀਂ, ਮੇਰੇ ਵਰਗਾ ਅੰਤਰਜਾਮੀ ਕੋਈ ਨਹੀਂ, ਮੇਰੇ ਵਰਗਾ ਕਰਾਮਾਤੀ ਕੋਈ ਨਹੀਂ। ਜਿਸ ਗੁਰੂ ਦੇ ਪਿੱਛੇ ਲੱਗ ਕੇ ਮੈਂ ਬਾਕੀ ਸਿੱਧਾਂ ਨਾਲ ਵੈਰ ਪਾਇਆ, ਅੱਜ ਉਹੀ ਗੁਰੂ ਮੇਰਾ ਵਿਰੋਧੀ ਬਣ ਮੈਨੂੰ ਸਮਝਾਉਂਦਾ। ਸਤਿਨਾਮ, ਇਹ ਕਿਉਂ ਕਰ ਰਿਹਾ ਹੈ? ਇਹ ਫਿਤਰਤ ਹੈ ਦੁਨੀਆ ਦੀ। ਕਿਸੇ ਪਿੱਛੇ ਲੱਗ ਕੇ ਸਭ ਕੁਝ ਕਰੋਗੇ ਨਾ, ਇੱਕ ਦਿਨ ਉਹੀ ਸ਼ੀਸ਼ਾ ਵਿਖਾ ਕੇ ਕਹੇਗਾ ਤੂੰ ਏਦਾਂ ਕਿਉਂ ਕਰਦਾ ਹੈ, ਇਹੋ ਜਿਹਾ ਕਿਉਂ ਹੈ। ਦੁਨੀਆ ਕਹਿੰਦੀ ਹੈ। ਜਦੋਂ ਸ਼ੰਭੂਨਾਥ ਨੇ ਸੁਣਿਆ, ਅੱਖਾਂ 'ਚੋਂ ਤਿਪ ਤਿਪ ਹੰਝੂ ਲੱਗਣ ਲੱਗਿਆ। ਇਹ ਕਿਉਂ ਲੱਗਿਆ ਜੀ? ਕਿਉਂਕਿ ਗੁਰੂ ਨੇ ਸਮਝਾਇਆ। ਵਰਨਾ ਉਹ ਤੇ ਮੰਗਲਨਾਥ ਦੀਆਂ ਗੱਲਾਂ ਦਾ, ਗੋਪੀਨਾਥ ਦੀਆਂ ਗੱਲਾਂ ਦਾ, ਕਿਸੇ ਦੀ ਗੱਲ ਦਾ ਅਸਰ ਹੁੰਦਾ ਹੀ ਨਹੀਂ। ਪਰ ਗੁਰੂ ਨੇ ਤਰੀਕਾ ਦੱਸ ਦਿੱਤਾ
ਵੀ ਦੂਜੇ ਦੀ ਖੁਸ਼ੀ 'ਚ ਖੁਸ਼ ਰਹਿਣਾ ਸਿੱਖ ਤੇ ਖੁਸ਼ ਹੋਏਗਾ, ਆਨੰਦ ਮਿਲੇਗਾ। ਅਸੀਂ ਆਪਣੀ ਖੁਸ਼ੀ 'ਚ ਤੇ ਖੁਸ਼ ਹਾਂ, ਦੂਜੇ ਦੀ ਖੁਸ਼ੀ ਸਾਥੋਂ ਬਰਦਾਸ਼ਤ ਨਹੀਂ ਹੁੰਦੀ। ਸਾਡੇ ਲਈ ਉਹ ਬੀਪੀ ਬਣਿਆ ਹੋਇਆ, ਸਾਡੇ ਲਈ ਉਹ ਸ਼ੂਗਰ ਬਣ ਗਈ, ਸਾਡੇ ਲਈ ਡਿਪਰੈਸ਼ਨ ਬਣ ਗਈ। ਕੀ ਦੂਜੇ ਦੀ ਖੁਸ਼ੀ ਝੱਲੀ ਨਹੀਂ ਜਾਂਦੀ, ਬਰਦਾਸ਼ਤ ਨਹੀਂ ਹੁੰਦੀ। ਜਦੋਂ ਗੁਰੂ ਗੋਰਖ ਨੇ ਸ਼ੁਭ ਗੁਣ ਦੱਸ ਦਿੱਤੇ, ਕਹਿੰਦੇ ਧਰਮ ਰੂਹਾਨੀਅਤ ਦੇ ਪਰਮਾਰਥ ਦੇ ਮਾਰਗ ਤੇ ਜੇ ਸ਼ੰਭੂਨਾਥ ਅੱਗੇ ਜਾਣਾ ਨਾ, ਆਪਾਂ ਗਵਾਉਣਾ ਪੈਂਦਾ ਏ। ਠੀਕ ਆ, ਮਾੜਾ ਮੋਟਾ ਹਉਮੈ ਹੰਕਾਰ ਹੋਵੇ ਚੱਲ ਜਾਂਦਾ, ਪਰ ਇਹਨਾਂ ਤੇ ਨਹੀਂ। ਤੂੰ ਤੇ ਰੱਬ ਨੂੰ ਰੱਬ ਵੀ ਮੰਨਦਾ ਨਹੀਂ। ਸਵਈਆ ਹੋਏ ਗਿਓ ਤਬ ਗੋਰਖ ਤੂਸ਼ਨ, ਬੈਨ ਸੁਣੇ ਸ਼ੰਭੂਨਾਥ ਲਜਾਵਾ। ਹੁਣ ਸ਼ੰਭੂਨਾਥ ਬਿਲਕੁਲ ਚੁੱਪ ਹੋ ਗਿਆ ਜੀ। ਇੰਨੀ ਕਲਾਸ ਤੇ ਅੱਜ ਤੱਕ ਕਿਸੇ ਸਿੱਧ ਦੀ ਨਹੀਂ ਲੱਗੀ ਜਿੰਨੀ ਇਹਦੀ ਲੱਗੀ, ਕਿਉਂਕਿ ਉਹ ਡੇ ਫਿਰਦਾ ਸੀ ਹੰਕਾਰ 'ਚ, ਆਪਣੇ ਆਪ ਨੂੰ ਸਭ ਕੁਝ ਜਾਣਦਾ ਸੀ। ਇੰਨੀਆਂ ਗੱਲਾਂ ਕਹਿ ਕੇ ਗੁਰੂ ਗੋਰਖ ਹੋ ਗਏ ਖਾਮੋਸ਼, ਚੁੱਪ ਹੋਏ। ਫਿਰ ਕੋਈ ਬੋਲ ਨਾ ਬੋਲਿਆ। ਜੋਰ ਇਸ ਪਾਵਕ ਬੀਚ ਹਿਰਦੈ, ਮਨ ਜਾਰਤ ਭਾਨਹਿ ਬੈਨ ਅਲਾਵਾ। ਪਰ ਸ਼ੰਭੂਨਾਥ ਕਰੇ ਕਿ ਗੁਰੂ ਦੀਆਂ ਗੱਲਾਂ ਦਾ ਅਸਰ ਵੀ ਕਰਦਾ ਹੈ ਅੰਦਰੋਂ ਅੰਦਰ। ਮਨ ਫੇਰ ਕਹਿੰਦਾ ਵੀ ਤੂੰ ਗਲਤ ਨਹੀਂ ਹੋ ਸਕਦਾ, ਨਾਲੇ ਗੁਰੂ ਦੀ ਗੱਲ ਮੰਨਦਾ ਹੈ, ਹਾਂਜੀ ਹਾਂਜੀ ਕਰਦਾ ਹੈ, ਪਰ ਉਹ 'ਚ ਗੁਰੂ ਦਾ ਕੋਈ ਨੁਕਸਾਨ ਨਹੀਂ ਹੋਇਆ। ਆਪਣੇ ਕ੍ਰੋਧ ਵਿੱਚ, ਆਪਣੇ ਗੁੱਸੇ ਵਿੱਚ ਆਪਣੇ ਆਪ ਨੂੰ ਸਾੜ ਰਿਹਾ ਹੈ। ਕ੍ਰੋਧੀ ਬੰਦਾ, ਸੜੀਅਲ ਬੰਦਾ, ਹਉਮੈ ਦਾ ਭਰਿਆ, ਉਹ ਅੰਦਰੋਂ ਅੰਦਰ ਸੱਪ ਵਾਂਗੂ ਜ਼ਹਿਰ ਵਿਸ ਘੋਲਦਾ ਰਹਿੰਦਾ। ਉਹਦੀ ਜ਼ੁਬਾਨ ਤੋਂ ਕਦੇ ਕਿਸੇ ਲਈ ਚੰਗਾ ਸ਼ਬਦ ਨਹੀਂ ਆ ਸਕਦਾ, ਉਹ ਕਿਸੇ ਦਾ ਚੰਗਾ ਸੁਣ ਨਹੀਂ ਸਕਦਾ। ਮਨ ਮਾਰ ਕੇ ਸ਼ੰਭੂਨਾਥ ਉੱਠ ਕੇ ਪਿੱਛੇ ਬਹਿ ਗਿਆ ਜਾ ਕੇ ਸਭਾ 'ਚ। ਮਤਲਬ ਥੋੜੀ ਜੀ ਗੱਲ ਗੁਰੂ ਦੀ ਮੰਨੀ ਹੈ ਤੇ ਥੋੜੀ ਨਹੀਂ ਮੰਨੀ, ਪ੍ਰੋਪਰ ਨਹੀਂ। ਵੀ ਜੋ ਗੁਰੂ ਨੇ ਕਹਿਤਾ 7 ਬਚਨਾਂ ਜੀ, ਅੱਜ ਤੋਂ ਬਾਅਦ ਆਪਾਂ ਆਪਣਾ ਆਪ ਬਦਲਾਂਗੇ। ਅੱਜ ਸਾਡਾ ਸਾਰਿਆਂ ਦਾ ਜ਼ੋਰ ਲੱਗਿਆ, ਮੈਂ ਦੂਜੇ ਨੂੰ ਬਦਲ ਦਿਆਂ, ਮੈਂ ਤੀਜੇ ਨੂੰ ਬਦਲ ਦਿਆਂ। ਕਦੇ ਕਿਸੇ ਨੇ ਜ਼ੋਰ ਲਾਇਆ ਮੈਂ ਖੁਦ ਨੂੰ ਬਦਲਾਂ, ਮੈਂ ਆਪਣੇ ਆਪ ਨੂੰ ਚੇਂਜ ਕਰਾਂ, ਆਪਣਾ ਸੁਭਾਅ ਬਦਲ ਲਵਾਂ, ਆਪਣੇ ਖਿਆਲ ਬਦਲ ਲਵਾਂ। ਮੇਰੀ ਖੁਸ਼ੀ ਸਭ ਦੀ ਖੁਸ਼ੀ ਤੇ ਸਭ ਦੀ ਖੁਸ਼ੀ ਮੇਰੀ ਖੁਸ਼ੀ, ਇਹ ਕਿੱਥੇ ਹੋਣੀ? ਕਿਉਂਕਿ ਕਲਯੁਗੀ ਹਾਂ। ਸਾਨੂੰ ਲੱਗਦਾ ਸਾਡੇ ਤੋਂ ਵੱਡਾ ਮਹਾਨ ਤੇ ਸਿਆਣਾ ਕੋਈ ਨਹੀਂ। ਸ਼ੰਭੂਨਾਥ ਵਾਲੀ ਹਾਲਤ ਸਾਡੀ ਹੈ। ਉੱਠ ਕੇ ਪਿੱਛੇ ਬਹਿ ਗਿਆ। ਤੇ ਗੁਰੂ ਗੋਰਖ ਨੇ ਵੀ ਸੋਚਿਆ ਵੀ ਜੇ ਗੁਰੂ ਦੀ ਨਹੀਂ ਮੰਨਦਾ ਤੇ ਬਾਬੇ ਨਾਨਕ ਦੀ ਕਿੱਥੋਂ ਮੰਨੂ? ਆਖੋ ਸਤਿਨਾਮ। ਜਿਹੜਾ ਬੰਦਾ ਆਪਣੇ ਟੀਚਰ ਦੀ ਨਾ ਮੰਨੇ, ਉਸਤਾਦ ਦੀ ਨਾ ਮੰਨੇ, ਤੇ ਤੁਸੀਂ ਕੀ ਸੋਚਦੇ ਵੀ ਉਹ ਮਾਂ-ਬਾਪ ਦੀ ਮੰਨਦਾ ਹੋ? ਕਦੇ ਵੀ ਨਹੀਂ, ਕਦੇ ਵੀ ਨਹੀਂ ਮੰਨਦਾ। ਜੋ ਆਪ ਤੋਂ ਵੱਡਿਆਂ ਦਾ ਕਹਿਣਾ ਮੰਨਦਾ ਏ, ਭਾਵ ਉਹਦੇ ਅੰਦਰ ਕਿਤੇ ਨਾ ਕਿਤੇ ਲਿਆਕਤ ਹੈ। ਮੰਗਲਨਾਥ ਵੇਖ ਕੇ ਹੱਸ ਪਿਆ, ਖੁਸ਼ ਹੋਇਆ। ਖੁਸ਼ ਇਸ ਲਈ ਵੀ ਚੱਲ ਸ਼ੁਕਰ ਹੈ ਇਹਨੂੰ ਮੱਤ ਤੇ ਆਈ, ਨਿਮਰਤਾ ਤੇ ਆਈ, ਕੁਝ ਤੇ ਇਹਦੇ ਵਿੱਚ ਬਦਲਾਵ ਆਵੇਗਾ। ਮੰਗਲਨਾਥ ਵੱਡੋ ਬਿਗਸਾ ਤਬ, ਭਾਣੇ ਉੱਗੇ ਜਿਵ ਕੰਜ ਸੁਹਾਵਾ। ਬੜੇ ਪਿਆਰ ਨਾਲ ਕਹਿੰਦਾ ਸ਼ੰਭੂਨਾਥ, ਸੂਰਜ ਨੂੰ ਸੂਰਜ ਕਹਿ ਦਿਓ ਕੁਝ ਨਹੀਂ ਜਾਂਦਾ, ਕਮਲ ਦੇ ਫੁੱਲ ਨੂੰ ਕਮਲ ਦਾ ਫੁੱਲ ਕਹਿ ਦਿਓ ਕੁਝ ਨਹੀਂ ਜਾਂਦਾ। ਉਹ ਕਿਉਂ ਦੁਖੀ ਹੋਇਆ ਬੈਠਾ? ਦਿਨ ਨੂੰ ਦਿਨ ਕਹੋ ਕੀ ਬੁਰਾ ਹੈ, ਰਾਤ ਨੂੰ ਰਾਤ ਕਹੋ ਕੀ ਬੁਰਾ ਹੈ, ਚੰਗੀ ਨੂੰ ਚੰਗਾ ਕਹਿ ਦਿਓ ਕਿਹੜਾ ਜ਼ੁਬਾਨ ਛੱਡਦੀ ਹੈ। 4 ਬੋਲ ਖੁਸ਼ੀ ਦੇ ਬੋਲ ਦਿਓ, ਕਿਸੇ ਨੂੰ ਖੁਸ਼ੀ ਦੇ ਦਿਓ ਤੇ ਜਾਂਦਾ ਕੀ? ਜਦੋਂ ਕਹਿੰਦੇ ਮੰਗਲਨਾਥ ਨੇ ਆ ਪਿਆਰ ਦੇ ਵਚਨ ਆਖੇ ਨਾ, ਤੇ ਸ਼ੰਭੂਨਾਥ ਨੇ ਰਿਐਕਟ ਗਲਤ ਕਰਤਾ। ਮੰਗਲਨਾਥ ਨੂੰ ਤੇ ਲੱਗਦਾ ਸੀ ਵੀ ਬਦਲ ਗਿਆ ਹੋਣਾ, ਇਹ ਜਿਹੜਾ ਪਿੱਛੇ ਜਾ ਕੇ ਬੈਠਾ ਸੁਧਰ ਗਿਆ ਹੋਣਾ। ਕੋਈ ਉਹਨੂੰ ਇੱਕ ਚੜੇ ਇੱਕ ਲੱਥੇ, ਵੀ ਸਾਰੇ ਸਿਆਪੇ ਦੀ ਜੜ ਮੰਗਲਨਾਥ ਹੀ ਆ। ਖੁਸਾ ਦਾ ਨਾਮ ਮਤਲਬ ਜ਼ਹਿਰ ਨਹੀਂ ਗਿਆ ਅੰਦਰੋਂ। ਰੁੱਖ ਵੜਤਾ ਤਾਂ ਕੀ ਹੋਇਆ ਜੀ? ਰੁੱਖ ਦੇ ਟਾਹਣੇ ਵੜਤੇ, ਪੱਤੇ ਝਾੜਤੇ, ਜੜ ਤੋਂ ਉਤੋਂ ਕੱਟਤਾ, ਪਰ ਜੇ ਬੀਜ ਉਹਦਾ ਫੇਰ ਧਰਤੀ ਤੇ ਡਿੱਗ ਪਿਆ ਰਹਿ, ਉਹਨੇ ਫੇਰ ਜਾਣਾ, ਉਹ ਤੋਂ ਵਧੀਆ ਹੀ ਹੋਊਗਾ। ਹੁਣ ਮੰਗਲਨਾਥ ਦੀਆਂ ਗੱਲਾਂ ਵੀ ਕਹਿੰਦੇ ਸ਼ੰਭੂਨਾਥ ਨੂੰ ਚੁੱਭਦੀਆਂ ਨੇ, ਵੀ ਇਸ ਬੰਦੇ ਕਰਕੇ ਮੇਰੇ ਗੁਰੂ ਨੇ ਮੈਨੂੰ ਬੇਇੱਜ਼ਤ ਕੀਤਾ। ਮਤਲਬ ਅੰਦਰੋਂ ਜ਼ਹਿਰ ਨਹੀਂ ਗਿਆ, ਪੂਰਾ ਰਹਿ ਗਿਆ। ਦੇ ਵੀ ਜ਼ਹਿਰ ਭਾਵੇਂ 1 ਬੂੰਦ ਆ ਤੇ ਭਾਵੇਂ 1000 ਬੂੰਦ ਆ, ਜ਼ਹਿਰ ਦਾ ਕੰਮ ਇੱਕੋ ਹੀ ਹੁੰਦਾ। ਉਹਨੇ ਜੋ ਕਰਨਾ ਕਰ ਹੀ ਦੇਣਾ। ਸ਼ੰਭੂਨਾਥ ਸੜਿਆ ਬੈਠਾ, ਗੁੱਸਾ ਚੜ੍ਹਦਾ ਹੈ ਵੀ ਜੇ ਕਿਤੇ ਮੰਗਲਨਾਥ ਇਸ ਸਭਾ ਤੋਂ ਬਾਹਰ ਆ ਜੇ ਨਾ, ਇਹਨੂੰ ਪਤਾ ਦੇ ਦਿਆਂ, ਦੱਸ ਇਹਨੂੰ ਦਿਆਂ ਵੀ ਕਿਵੇਂ ਕਿਸੇ ਨੂੰ ਨੀਵਾਂ ਵਿਖਾਈਦਾ ਏ। ਸ੍ਰੀ ਗੁਰੂ ਨਾਨਕ ਭੇਦ ਜੇ ਜਾਣਤ,
ਦੇਖ ਹਸੀ ਕਰ ਹੈ ਮੁਸਕਾਵਾ। ਪਰ ਹੁਣ ਇਹ ਹਾਸਾ ਮੰਗਲਨਾਥ ਦਾ ਬੇਸ਼ੱਕ ਉਹ ਈਰਖਾ 'ਚ ਨਹੀਂ ਹੱਸਦਾ, ਨੀਚਾ ਵਿਖਾਉਣ ਲਈ ਨਹੀਂ ਹੱਸਦਾ, ਪਰ ਸ਼ੰਭੂਨਾਥ ਤੋਂ ਡਰਿਆ ਨਹੀਂ ਜਾਂਦਾ। ਉਹ ਕਹਿੰਦਾ ਮੂਰਖਾ, ਜੇ ਗੁਰੂ ਨਾਨਕ ਸਾਹਿਬ ਅੱਗੇ ਝੁਕਿਆ ਹੁੰਦਾ, ਉਹਨਾਂ ਅੱਗੇ ਜਾ ਕੇ ਨਮਸਕਾਰ ਕੀਤੀ ਹੁੰਦੀ, ਤੈਨੂੰ ਆਹ ਦਿਨ ਨਾ ਦੇਖਣੇ ਪੈਂਦੇ ਆ। ਸਤਿਨਾਮ। ਆ ਸਾਰੀ ਸਿੱਧ ਮੰਡਲੀ ਤੋਂ ਕੱਲਾ ਜਾ ਕੇ ਨਾ ਬਹਿੰਦਾ, ਪਰ ਸ਼ੰਭੂਨਾਥ ਬੇਵੱਸ ਹੈ। ਕਿਉਂਕਿ ਕਈ ਵਾਰ ਨਾ ਮਨੁੱਖ ਸੁਧਰਨਾ ਚਾਹੁੰਦਾ ਹੈ, ਆਪਾਂ ਸਾਰੇ ਸੁਧਰਨਾ ਚਾਹੁੰਦੇ ਹਾਂ, ਮੈਂ ਵੀ ਵਿੱਚ ਹੀ ਹਾਂ। ਬੜੀ ਵਾਰ ਅਸੀਂ ਕੋਸ਼ਿਸ਼ ਕਰਦੇ ਹਾਂ, ਪਰ ਕਈ ਵਾਰ ਨਾ ਸਾਡਾ ਮਨ ਉਸ ਚੀਜ਼ ਤੋਂ ਅੱਕ ਜਾਂਦਾ ਹੈ। ਅੱਕਦਾ ਕਾਹਦੇ ਤੋਂ ਹੈ? ਰੋਜ਼ ਰੋਜ਼ ਆਪਣੇ ਆਪ ਨੂੰ ਬਦਲਦੇ ਬਦਲਦੇ ਮਨ ਅੱਕ ਜਾਂਦਾ, ਕਹਿੰਦਾ ਛੱਡ ਪਰਾਂ, ਜਿਹੋ ਜਿਹਾ ਹਾਂ ਠੀਕ ਹੀ ਆ, ਜਿਹਨੇ ਬੋਲਣਾ ਬੋਲੋ, ਨਹੀਂ ਨਾ ਸਹੀ, ਆ ਜਾਂਦਾ ਨਾ ਉਸੇ ਲੈ। ਪਰ ਜੇ ਇਸ ਮਨ ਨੂੰ ਪਿਆਰ 'ਚ ਸਮਝਾਇਆ ਹੋਵੇ ਵੀ ਤੇਰਾ ਹੀ ਫਾਇਦਾ ਹੈ, ਤੂੰ ਨੀਵਾਂ ਹੋ ਕੇ ਚੱਲ, ਰੱਬ ਨਾਲ ਮੱਥਾ ਨਹੀਂ ਲਾਈਦਾ, ਤੇ ਇਹ ਮਨ ਮਨੁੱਖ ਨੂੰ ਰੱਬ ਦੇ ਘਰ ਲੈ ਜਾਂਦਾ ਏ। ਤੇ ਮਨ ਹੰਕਾਰ 'ਚ ਆ ਕੇ ਆਖੇ ਵੀ ਕਿਹੜਾ ਰੱਬ, ਕਿਹੜਾ ਪਰਮਾਤਮਾ, ਮੈਂ ਰੱਬ ਤੋਂ ਕੀ ਲੈਣਾ, ਤੇ ਇਹੀ ਮਨ ਮਨੁੱਖ ਨੂੰ ਨਰਕ ਵਾਲੇ ਪਾਸੇ ਲੈ ਜਾਂਦਾ, ਦੁੱਖਾਂ 'ਚ ਲੈ ਆਉਂਦਾ ਹੈ। ਗੁਰੂ ਨਾਨਕ ਸਾਹਿਬ ਦੀ ਮਹਿਮਾ ਕਰਕੇ ਮੰਗਲਨਾਥ ਕਹਿੰਦੇ ਆ, ਸੂਰਜ ਨੂੰ ਸੂਰਜ ਕਹਿਣ ਨਾਲ ਕੁਛ ਨਹੀਂ ਜਾਂਦਾ। ਉੱਲੂ ਨੇ ਸੂਰਜ ਦੀ ਨਿੰਦਿਆ ਕੀਤੀ, ਸ਼ੰਭੂਨਾਥ ਹੀ ਦੱਸ ਵੀ ਉਹਨੇ ਖੱਟਿਆ ਕੀ, ਫੇਰ ਕਿਹੜਾ ਸੂਰਜ ਨਹੀਂ ਚੜਿਆ। ਸੂਰਜ ਦੀ ਮਹਿਮਾ ਪੁੱਛਣੀ, ਕਵਲ ਦੇ ਫੁੱਲ ਤੋਂ ਪੁੱਛ। ਸੂਰਜ ਦੀ ਮਹਿਮਾ ਜਾਣਨੀ ਚਾਹੁੰਦਾ ਏ, ਸੂਰਜਮੁਖੀ ਦੇ ਫੁੱਲ ਤੋਂ ਜਾ ਕੇ ਪੁੱਛ। ਹੁਣ ਗੱਲਾਂ ਤੇ ਚੰਗੀਆਂ ਨੇ, ਗੱਲਾਂ ਤੇ ਮੋਟੀਵੇਸ਼ਨਲ ਨੇ, ਪਿਆਰ ਵਾਲੀਆਂ ਨੇ, ਪਰ ਕਹਿੰਦੇ ਇਹਨਾਂ ਗੱਲਾਂ ਦਾ ਅਸਰ ਗਲਤ ਹੋ ਰਿਹਾ ਹੈ, ਕਿਉਂਕਿ ਸੁਣਨ ਵਾਲੇ ਦੇ ਕੰਨਾਂ ਵਿੱਚ ਜ਼ਹਿਰ ਹੈ, ਅੱਖਾਂ ਵਿੱਚ ਜ਼ਹਿਰ ਭਰਿਆ ਏ। ਅਬਿਤ ਗੋਪੀ ਚੰਦ ਭਾਖੈ, ਸੁਣੋ ਮੰਗਲ ਮਹਾਨ ਜੋਗੀ, ਸਿੱਧ ਸਾਧੂ ਕੋ ਐਸੀ ਰੀਤ ਨਹੀਂ ਚਾਹੀਏ। ਜਦੋਂ ਕਹਿੰਦੇ ਆਹ ਕਲੇਸ਼ ਹੋ ਗਿਆ ਬੰਦ, ਗੁਰੂ ਨੇ ਝੜਕ ਦਿੱਤਾ ਨਾ ਸ਼ੰਭੂਨਾਥ ਨੂੰ, ਤੇ ਗੋਪੀ ਚੰਦ ਉੱਠ ਕੇ ਨੇੜੇ ਆਏ। ਗੋਪੀ ਚੰਦ ਰਾਜਾ ਹੋਇਆ ਜੀ। ਮੰਗਲਨਾਥ ਜੀ ਕੋਲ ਹੱਥ ਜੋੜ ਕੇ ਕਹਿੰਦਾ, ਮਹਾਂਪੁਰਖੋ, ਤੁਸੀਂ ਬਹੁਤ ਪਿਆਰੀਆਂ ਗੱਲਾਂ ਕੀਤੀਆਂ ਨੇ, ਮਿੱਠੀਆਂ ਗੱਲਾਂ ਕੀਤੀਆਂ, ਨਿਮਰਤਾ ਵਾਲੀਆਂ ਤੁਹਾਡੀਆਂ ਗੱਲਾਂ ਨੇ, ਤੁਹਾਡੇ ਬਚਨਾਂ ਦਾ ਮੇਰੇ ਤੇ ਪ੍ਰਭਾਵ ਬੜਾ ਸੀ, ਅਸਰ ਬੜਾ ਸੀ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਸਿੱਧ ਨੂੰ ਸਿੱਧਾ ਹੀ ਰਹਿਣਾ ਚਾਹੀਦਾ ਹੈ, ਵਲ ਫਰੇਬ ਨਹੀਂ ਰੱਖਣਾ ਚਾਹੀਦਾ। ਰੱਬ ਦਾ ਪਿਆਰਾ ਕਿਹੜਾ ਜੀ? ਜੀ ਚੰਦਰ ਵਲ ਨਹੀਂ, ਛਲ ਨਹੀਂ, ਫਰੇਬ ਨਹੀਂ। ਤੇ ਜੇ 3600 ਵਲ ਫਰੇਬ ਰੱਖ ਕੇ ਆਕੇ ਜੀ ਮੈਂ ਰੱਬ ਨੂੰ ਮੰਨਦਾ, ਨਾ ਬਈ ਨਾ, ਤੂੰ ਕਿੱਥੇ ਮੰਨਦਾ? ਦਿਖਾਵੇ ਕਰਦਾ, ਡਰਾਮਾ ਹੀ ਕਰਦਾ, ਹੋਰ ਕੁਛ ਨਹੀਂ ਹੈ। ਉਹ ਕਹਿੰਦੇ ਤੁਹਾਡਾ ਬਚਨ ਇਹ ਚੰਗਾ ਏ ਵੀ ਜੇ ਸਾਨੂੰ ਰੱਬ ਨੇ ਕੁਝ ਦਿੱਤਾ ਤੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ, ਹੰਕਾਰ ਕਿਉਂ ਕਰੀਏ? ਕਾਹਦਾ ਹੰਕਾਰ ਹੈ? ਹੁਣ ਜਦੋਂ ਇਹ ਗੱਲ ਗੋਪੀ ਚੰਦ ਤੇ ਮੰਗਲਨਾਥ ਨਾਲ ਸੁਭਾਵਕ ਕਰਦੇ ਆ, ਤੇ ਸ਼ੰਭੂਨਾਥ ਨੂੰ ਲੱਗਿਆ ਵੀ ਲੈ ਇੱਕ ਹੋਰ ਦੁਸ਼ਮਣ ਜੰਮ ਪਿਆ। ਸਤਿਨਾਮ। ਪਿਆਰ ਤੁਸੀਂ ਸੋਚ ਆਪਣੀ ਇਹ ਬਣਾ ਲਓ, ਤੁਹਾਨੂੰ ਸਾਹਮਣੇ ਗੱਲ ਕਰਨ ਵਾਲਾ ਬੰਦਾ ਵੀ ਬੁਰਾ ਲੱਗੂਗਾ, ਉਹ ਵੀ ਚੰਗਾ ਨਹੀਂ ਲੱਗਣਾ। ਇਹ ਲੱਗਦਾ ਇਹ ਸ਼ਾਇਦ ਮੇਰੇ ਲਈ ਬੋਲਦਾ ਹੈ, ਇਹ ਮੈਨੂੰ ਮਾੜਾ ਕਹਿੰਦਾ ਹੈ, ਸ਼ਾਇਦ ਮੈਨੂੰ ਕੁਝ ਆਖ ਰਿਹਾ ਹੈ, ਕਿਉਂਕਿ ਬਿਰਤੀ ਰਿਐਕਟ ਕਰ ਰਹੀ ਹੈ ਅੰਦਰ ਦੀ ਹਉਮੈ ਦੇ ਨਾਲ। ਸ਼ੰਭੂਨਾਥ ਨੂੰ ਗੁੱਸਾ ਚੜੇ ਗੋਪੀ ਚੰਦ ਤੇ ਵੀ। ਹੁਣ ਗੋਪੀ ਚੰਦ ਦਾ ਕੀ ਵੈਰ ਆ? ਉਹ ਤੇ ਮੰਗਲਨਾਥ ਨਾਲ ਸੁਭਾਵਕ ਗੱਲ ਕਰਦਾ ਹੈ ਵੀ ਪਿਆਰਿਆ, ਜਦ ਕੋਈ ਰੱਬ ਦਾ ਪਿਆਰਾ ਹੈ, ਉਹਨੂੰ ਨੀਵਾਂ ਹੋ ਕੇ ਝੁਕ ਕੇ ਰਹਿਣਾ ਚਾਹੀਦਾ ਏ। ਸੰਤ ਜੋ ਅਤੀਤ ਤਾਂ ਕੀ ਨਿੰਦਾ ਕੋ ਬਖਾਨ ਕਰੇ, ਲੈ ਕੇ ਅਨਮੋਲੇ ਪਾਪ ਸੀਸ ਨਾ ਚੜਾਈ ਜੇ। ਸਿੱਧ ਹੋ ਕੇ ਸਾਧੂ ਹੋ ਕੇ ਕਹਿੰਦੇ ਬੰਦੇ ਨੂੰ ਅਣਔਲੇ ਅਣਮੁੱਲੇ ਪਾਪ ਨਹੀਂ ਸਿਰ ਚੜਾਉਣੇ ਚਾਹੀਦੇ। ਉਹ ਕਿਹੜੇ ਆ? ਅੱਗੇ ਦੱਸ ਦੇਣਗੇ ਸਰ। ਬੇਵਜ੍ਹਾ ਕਿਸੇ ਦਾ ਬੁਰਾ ਨਾ ਸੋਚੀਏ। ਬੇਵਜ੍ਹਾ ਕੋਈ ਸੜਕ ਤੇ ਤੁਰਿਆ ਜਾਂਦਾ, ਚੰਗਾ ਭਲਾ ਤੁਰਿਆ ਜਾਂਦਾ, ਸਾਡਾ ਜੀ ਕਰਦਾ ਵੀ ਅਸੀਂ ਇਹ ਸੜਕ ਤੇ ਨਾ ਕੋਈ ਇੱਦਾਂ ਦਾ ਸਿਸਟਮ ਲਾ ਦਈਏ ਵੀ ਇਹ ਬੰਦਾ ਇੱਧਰ ਨੂੰ ਹੁਣ ਗੱਡੀ ਨਾ ਲੈ ਕੇ ਆਵੇ, ਮੋਟਰਸਾਈਕਲ। ਤੁਸੀਂ ਦੇਖਿਆ ਹੋਣਾ ਆਮ ਘਰਾਂ ਦੇ ਵਿੱਚ ਲੋਕਾਂ ਨੇ ਕੀ ਕੀਤਾ ਹੁੰਦਾ ਹੈ, ਆਪਣੇ ਘਰ ਦੇ ਅੱਗੇ 4-4 5-5 ਹੰਪ ਦੇ ਬਣਾਏ ਹੁੰਦੇ ਆ। ਸੁਭਾਵਿਕ ਬੰਦਾ ਗੱਡੀ ਲੈ ਕੇ ਆਉਂਦਾ ਹਿੱਲ ਜਾਂਦਾ ਹੈ। ਸੁਭਾਵਿਕ ਕਿਉਂ ਬਣਾਏ ਆ? ਉਹ ਚਾਹੁੰਦੇ ਆ ਵੀ ਸਾਡੇ ਘਰ ਅੱਗੇ ਬਹੁਤੀ ਟ੍ਰੈਫਿਕ ਨਾ ਆਵੇ, ਵੀ ਭਾਈ ਤੇਰੀ ਕਿਹੜਾ ਸੜਕ ਆਪਣੀ ਹੈ, ਸਰਕਾਰੀ ਹੈ। ਕਿੰਨੇ ਕਿੰਨੇ ਕਪਟ ਨੇ ਲੋਕਾਂ ਅੰਦਰ, ਵੇਖਿਆ ਕਰੋ, ਬਾਹਰ ਨਿਕਲ ਕੇ ਪਤਾ ਲੱਗਦਾ। ਕੋਈ ਜਾਣ ਬੁੱਝ ਕੇ ਹਿੱਜ ਲਾ ਦੂਗਾ, ਕੋਈ ਪਾਰਕ ਵੱਡੀ ਕਰ ਦੂਗਾ ਵੀ ਇੱਥੇ ਕੋਈ ਗੱਡੀ ਨਾ ਖੜਾਵੇ। ਇਹ ਕੀ ਹੈ? ਬੇਵਜ੍ਹਾ ਮੂਰਖਤਾਈਆਂ ਕਰਨੀ, ਬੇਵਜ੍ਹਾ ਕੋਈ ਗੱਲ ਕਰੇ ਤਾਂ ਦੁਖੀ ਹੋ। ਹੁਣ ਸ਼ੰਭੂਨਾਥ
ਗੋਪੀ ਚੰਦ ਦੀਆਂ ਗੱਲਾਂ ਦਾ ਵੀ ਗੁੱਸਾ ਕਰਦਾ। ਪਹਿਲਾਂ ਤੇ ਗੁੱਸਾ ਮੰਗਲਨਾਥ ਦਾ ਆਇਆ ਉਹਨੂੰ ਵੀ ਇੱਦਾਂ ਕਿਉਂ ਬੋਲਦਾ, ਮੇਰੇ ਨਾਲ ਇਹ ਝਗੜਾ ਕਿਉਂ ਕਰਦਾ। ਹੁਣ ਗੋਪੀ ਚੰਦ ਨੇ ਸਪਸ਼ਟ ਆਖਿਆ, ਕਹਿੰਦੇ ਰੱਬ ਦੇ ਪਿਆਰਿਆਂ ਨੂੰ ਨਾ ਕਮਲ ਦੇ ਫੁੱਲ ਵਰਗਾ, ਗੁਲਾਬ ਦੇ ਫੁੱਲ ਵਰਗਾ ਹੋਣਾ ਚਾਹੀਦਾ ਏ, ਜੋ ਕਦੇ ਕਿਸੇ ਦਾ ਬੁਰਾ ਨਹੀਂ ਕਰਦਾ, ਸਦਾ ਮੁਲਾਇਮ ਹੈ, ਖੁਸ਼ਬੂਦਾਰ ਹੈ, ਸਦਾ ਹੀ ਚੰਗਾ ਸੋਚੀਏ। ਪਰਮਾਤਮਾ ਜੋ ਕਰਦਾ ਹੈ ਉਹਨੂੰ ਮਿੱਠਾ ਕਰਕੇ ਮੰਨ ਲਈਏ। ਚਰਚਾ ਜੇ ਕਰੀਜੈ ਕੋਦ ਰਿਦੈ ਤਿੰਨ ਵਾਰ ਦੀਜੈ, ਸ਼ੁਭ ਵਾਕ ਸੁਣੇ ਸ਼ੁਭ ਤਾਹੇ ਕੋ ਸੁਣਾਈਏ। ਕਹਿੰਦੇ ਕੀ ਕਰੀਏ ਭਾਈ ਜੇ ਮਨ ਦੇ ਵਿੱਚੋਂ ਵਿਕਾਰ ਹੀ ਉਪਜਦੇ ਹੋਣ, ਚਰਚਾ ਸੁਣੀ ਨਾ ਜਾਵੇ, ਬੰਦਾ ਲੜ ਪਵੇ। ਤੁਸੀਂ ਬੈਠੋ ਤੇ ਵਿਚਾਰ ਕਰਨ। ਹੁਣ ਵਿਚਾਰਾਂ ਕਈ ਤਰ੍ਹਾਂ ਦੀਆਂ ਨੇ ਨਾ, ਇੱਕ ਗੁਰਮੁਖ ਤੁਹਾਡੇ ਨਾਲ ਬਹਿੰਦਾ ਵਿਚਾਰ ਕਰਨ ਕੁਝ ਸਿੱਖਣ ਲਈ ਵੀ, ਚਲੋ ਆਦਾਨ ਪ੍ਰਦਾਨ ਹੋ ਜੂ, ਤੁਸੀਂ ਮੈਥੋਂ ਜਾਣੋਗੇ ਮੈਂ ਤੁਹਾਡੇ ਤੋਂ ਜਾਣੂਗਾ। ਤੇ ਇੱਕ ਚਰਚਾ ਕਰਦਾ ਇਹਨੂੰ ਹਰਾਉਣ ਵਾਸਤੇ, ਨੀਚਾ ਵਿਖਾਉਣ ਵਾਸਤੇ ਵੀ ਲੈ ਤੈਨੂੰ ਤੇ ਜਪਜੀ ਸਾਹਿਬ ਦਾ ਪਾਠ ਨਹੀਂ ਆਉਂਦਾ, ਮੈਨੂੰ ਤੇ ਅਰਥ ਆਉਂਦੇ ਆ, ਮੈਨੂੰ ਤੇ ਸਾਰਾ ਸਹਿਜ ਪਾਠ ਆਉਂਦਾ ਹੈ, ਤੂੰ ਕੀਤਾ ਆ ਬਹਿ ਮੇਰੇ ਨਾਲ ਗੱਲ ਕਰ ਸਿੱਖੀ ਤੇ। ਇਹ ਕੀ ਹੈ? ਬੇਵਜ੍ਹਾ ਫਾਲਤੂ ਹਉਮੈ, ਬੇਕਾਰ ਗੱਲ ਹੈ, ਹਉਮੈ ਹੈ, ਹੰਕਾਰ ਹੈ, ਇਹ ਚ ਪੈਦਾ ਹੁੰਦਾ ਵਾਦ ਵਿਵਾਦ। ਉਹ ਤੋਂ ਕੀ ਹੈ? ਰੱਬ ਦੇ ਪਿਆਰੇ ਕਹਿੰਦੇ ਇਹਨਾਂ ਚੀਜ਼ਾਂ ਤੋਂ ਦੂਰ ਹੋ ਜਾਂਦੇ ਨੇ ਵਾਦ ਵਿਵਾਦ ਵਿੱਚ, ਉਹ ਨਹੀਂ ਫਸਦੇ, ਉਹ ਜਾਣਦੇ ਨੇ ਵੀ ਜੋ ਹੈ ਉਹਨੇ ਸਦਾ ਹੀ ਰਹਿਣਾ। ਹੁਣ ਮੇਰੀ ਨਿੰਦਿਆ ਕਰੇ ਤੋਂ ਕੀ ਸੂਰਜ ਚੜ੍ਹਨ ਨੂੰ ਹਟ ਜੂਗਾ ਜੀ? ਮੈਂ ਚੰਦਰਮਾ ਨੂੰ ਗਾਲਾਂ ਕੱਢੀ ਜਾਵਾਂ ਰੋਜ਼ ਵੀ ਚੰਦ ਚੰਦ ਨਹੀਂ ਹੈ, ਬੇਕਾਰ ਚੀਜ਼ ਹੈ, ਮਿੱਟੀ ਹੈ, ਫਲਾਣਾ ਇਹ ਉਹ, ਕੀ ਉਹ ਹਟ ਜੂਗਾ? ਨਹੀਂ, ਉਹਨੇ ਆਪਣਾ ਕੰਮ ਕਰਨਾ। ਤੇ ਫਿਰ ਜਦੋਂ ਚੰਦ ਸੂਰਜ ਸਾਡੇ ਕਿਹਾ ਚੜ੍ਹਨੋਂ ਨਹੀਂ ਹਟ ਸਕਦੇ, ਤੇ ਫਿਰ ਉਹ ਗੱਲਾਂ ਕਰਨੀਆਂ ਬੇਫਜ਼ੂਲ ਹੀ ਨੇ ਨਾ, ਬੋਲਣਾ ਬੇਫਜ਼ੂਲ ਹੈ ਨਾ। ਗੋਪੀ ਚੰਦ ਕਹਿੰਦੇ ਰੱਬ ਦੇ ਪਿਆਰਿਆਂ ਨੂੰ ਆਪਣੇ ਰਾਹ ਤੇ ਚੱਲਣਾ ਚਾਹੀਦਾ ਏ, ਕਿਸੇ ਨੂੰ ਨੀਚਾ ਵਿਖਾ ਕੇ ਨੀਵਾਂ ਵਿਖਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ, ਕਿਸੇ ਵੱਡੇ ਨੂੰ ਛੋਟਾ ਨਾ ਕਹੀਏ। ਕਿਉਂਕਿ ਗੋਪੀ ਚੰਦ ਬੋਲ ਰਹੇ ਆ ਵੀ ਇਹ ਗੁਰੂ ਨਾਨਕ ਸਾਹਿਬ ਨੂੰ ਬੋਲਦਾ ਪਤਾ ਕੀ ਸੀ, ਗੁੱਸਾ ਕਿੱਥੋਂ ਆਇਆ ਸਿੱਧਾ ਨੂੰ, ਆਪਣੇ ਗੁਰੂ ਨੂੰ ਆ ਕੇ ਕਹਿੰਦਾ ਉਹ ਤੇ ਔਰੀ ਬੌਰੀ ਬਾतें ਕਰਦੇ ਵੀ ਉਹ ਫਜ਼ੂਲ ਬੋਲਦੇ ਆ, ਬੇਵਜ੍ਹਾ ਬੋਲਦੇ ਆ। ਗੁਰੂ ਗੋਰਖ ਨੂੰ ਵੀ ਇਹ ਚੰਗਾ ਨਹੀਂ ਲੱਗਾ ਵੀ ਤੂੰ ਧਰਮ ਦੀ ਗੱਲ ਕਰਨ ਵਾਸਤੇ ਗਿਆ ਜਾਂ ਉੱਥੇ ਲੜਨ ਵਾਸਤੇ ਗਿਆ। ਵਾਦ ਵਿਵਾਦ ਕੀ ਹੁੰਦਾ ਏ? ਜਿੱਤਣਾ ਹਾਰਨਾ ਗੱਲਾਂ ਬਾਤਾਂ 'ਚ। ਇਹ ਥੋੜੀ ਹੈ ਵੀ ਗੱਲਬਾਤ ਕਰਦੇ ਹੱਥੋਂ ਪਾਈ ਹੋ ਜਾਓ। ਅੱਜ ਕੱਲ੍ਹ ਦੇਖਦੇ ਹੋ ਨਾ, ਫਿਰ ਡੱਡੂਆਂ ਦਾ ਮੌਸਮ ਆ ਗਿਆ ਹੁਣ, ਤੁਹਾਨੂੰ ਪਤਾ ਹੀ ਹੈ, ਬਾਹਰ ਨਿਕਲਣਗੇ, ਹੁਣ ਇਲੈਕਸ਼ਨ ਦਾ ਦੌਰ ਹੈ, ਤੇ ਬੜੇ ਵਾਰ ਡਿਬੇਟ ਚੱਲਦੀ, ਥਪੜੋ ਥਪੜੀ ਵੀ ਟੀਵੀ ਤੇ ਹੋਣਗੇ, ਗੱਲਾਂ ਬਾਤਾਂ ਕਰਦੇ ਆ ਆਪੇ ਤੋਂ ਬਾਹਰ ਵੀ ਹੋ ਜਾਣਗੇ, ਕਈ ਵਾਰ ਹੋ ਜਾਂਦਾ ਜੀ। ਪਰ ਕੌਣ ਹੁੰਦਾ? ਜਿਸ ਬੰਦੇ ਦਾ ਆਪਣੇ ਆਪ ਤੇ ਸੈਲਫ ਕੰਟਰੋਲ ਨਹੀਂ ਹੁੰਦਾ, ਉਹ ਭਾਵਨਾਵਾਂ 'ਚ ਬਹਿ ਕੇ ਲੜ ਪੈਂਦਾ, ਥਪੜੋ ਥਪੜੀ ਹੋ ਜਾਂਦਾ। ਬੜੇ ਹੋਣਗੇ ਲੀਡਰ ਸਾਰੇ ਚਿੱਟੇ ਕੱਪੜੇ ਪ੍ਰੈਸ ਕਰਕੇ ਪਾਈ ਫਿਰਨਗੇ, ਤੇ ਆ ਲੋਕੀ ਡਾਂਗਾਂ ਖਾਂਦੇ ਫਿਰਨਗੇ, ਸਿਰ ਪਾੜਦੇ ਫਿਰਨਗੇ, ਕਿਸੇ ਨੇ ਗੋਲੀ ਚਲਾਤੀ, ਕਿਸੇ ਨੇ ਥੱਪੜ ਮਾਰਤਾ, ਕਿਸੇ ਨੇ ਪਰਚਾ ਕਰਾਤਾ। ਕਦੇ ਲੀਡਰਾਂ ਦਾ ਨੁਕਸਾਨ ਹੋਇਆ? ਕਿਸੇ ਲੀਡਰ ਦਾ ਪੁੱਤ ਮਰਿਆ ਕਦੇ? ਲੋਕਾਂ ਦੇ ਧੀ ਪੁੱਤ ਕਿਉਂ ਮਰਦੇ ਆ? ਕਿਉਂਕਿ ਲੋਕ ਉਹਨਾਂ ਪਿੱਛੇ ਜਜ਼ਬਾਤੀ ਹੋ ਕੇ ਫਿਰਦੇ ਆ। ਇਹੀ ਗੱਲਾਂ ਗੋਪੀ ਚੰਦ ਸਮਝਾਉਂਦੇ ਆ, ਕਹਿੰਦੇ ਤੂੰ ਕ੍ਰੋਧ ਵਿੱਚ ਆ ਕੇ ਜਜ਼ਬਾਤੀ ਹੋ ਕੇ ਹਰ ਇੱਕ ਨਾਲ ਵੈਰ ਪਾ ਲੈਣਾ, ਵੱਡੇ ਨੂੰ ਛੋਟਾ ਦਿਖਾਉਣ ਦੀ ਕੋਸ਼ਿਸ਼ ਕਰਦਾ ਏ, ਜਦ ਕਿ ਵੱਡੇ ਨੂੰ ਵੱਡਾ ਮੰਨ ਕੇ ਰੱਬ ਦਾ ਸ਼ੁਕਰ ਕਰਦਾ। ਗੋਪੀ ਚੰਦ ਵੱਲ ਅੱਖਾਂ ਕੱਢਿਓ ਸ਼ੰਭੂਨਾਥ ਵੀ ਇਹਦੀ ਕਸਰ ਬਾਕੀ ਸੀ, ਹੁਣ ਇਹ ਵੀ ਬੋਲਣਾ ਸੀ। ਹੁਣ ਸਭ ਤੋਂ ਵੱਡਾ ਗੁੱਸਾ ਨੂੰ ਆਪਣੇ ਗੁਰੂ ਤੇ ਆਉਂਦਾ ਹੈ। ਜੇ ਗੁਰੂ ਨੇ ਗੱਲ ਸ਼ੁਰੂ ਕੀਤੀ ਹੈ, ਗੁਰੂ ਨੇ ਨਿੰਦਿਆ ਸ਼ੁਰੂ ਮੇਰੀ ਕੀਤੀ, ਬਾਕੀ ਤਾਂ ਬੋਲੇ ਆ, ਮੈਨੂੰ ਮਾੜਾ ਤਾਂ ਆਖਦੇ ਨੇ। ਆਵੇਂ ਹਰ ਹਰ ਕਰੈ ਨਿੰਦਾ ਕੋ ਉਚਾਰ, ਪੁਨ ਲਾਜ ਬਿਨ ਜੀਵੇਂ ਨਿਜ ਜੋਗ ਕੇ ਲਜਾਈਏ। ਉਹੀ ਗੱਲ ਹੁਣ ਗੋਪੀ ਚੰਦ ਕਹਿੰਦੇ ਤੂੰ ਹਾਰ ਕੇ ਆਇਆ, ਖਟਿਆ ਕੁਛ ਨਹੀਂ, ਨਿੰਦਿਆ ਤੂੰ ਤਾਂ ਬੋਲਦਾ ਮਾੜਾ, ਜੇ ਤੂੰ ਜਿੱਤ ਕੇ ਆਉਂਦਾ ਫੇਰ ਕਹਿੰਦਾ ਜੀ ਉਹ ਵੱਡੇ ਬਣੇ ਫਿਰਦੇ ਸੀ, ਉਹਨਾਂ ਦਾ ਵੱਡਪਣਾ ਮੈਂ ਕੱਢਤਾ। ਕਹਿੰਦੇ ਹਾਰਿਆ ਹੋਇਆ ਬੰਦਾ ਗੱਲਾਂ ਕਰੇ। ਅੱਜ ਕੋਈ ਹਾਰ ਜੇ, ਆ ਹਾਰਨਾ ਬੜਿਆ ਨੇ ਇਲੈਕਸ਼ਨ 'ਚ, ਇੱਕ ਨੇ ਤੇ ਹਾਰਨਾ ਹੀ ਹੁੰਦਾ ਹੈ ਜੇ ਦੋ ਤੋਂ ਚਾਰ ਖੜੇ ਆ, ਤੇ ਹਾਰਿਆ ਹੋਇਆ ਆਖੇ ਜੀ ਸਾਡੀਆਂ ਵੋਟਾਂ ਫਲਾਣਾ ਲੈ ਗਿਆ। ਇਹ ਥੋੜਾ ਗੱਲਾਂ ਹੁੰਦੀਆਂ ਨੇ ਵੀ ਤੂੰ ਆਪਣੀ ਜੋਰ ਅਜਮਾਇਸ਼ ਕੀਤੀ ਹੈ, ਤੂੰ ਆਪਣਾ ਪੂਰਾ ਵਲਵਲਾ ਲਾ ਲਿਆ, ਜੋ ਤੇਰੇ ਕੋਲ ਆਇਆ ਉਹ ਤੇਰੀ ਮਿਹਨਤ ਆ, ਜੋ ਦੂਜੇ ਹੱਥ ਆਈ ਉਹ ਦੂਜੇ ਦੀ ਮਿਹਨਤ ਹੈ। ਪਰ ਜੇ ਹਾਰਿਆ ਹੋਇਆ ਕੇਸ ਕਰਦਾ ਫਿਰੇ, ਲੜਦਾ ਫਿਰੇ, ਉਹ ਕੀ ਹੁੰਦਾ ਏ ਵੀ ਹਾਰ ਕੇ ਵੀ ਮਨੁੱਖ ਆਪਣੇ ਆਪ ਨੂੰ ਘੱਟ ਨਹੀਂ ਕਹਾ, ਵੀ ਹਾਰ ਕੇ ਵੀ ਆਪਣੇ ਆਪ ਨੂੰ ਘੱਟ ਨਹੀਂ ਕਹਾ ਰਿਹਾ।
ਇੱਥੇ ਸਮਾਪਤੀ ਚੱਲਦਾ ਰਿਹਾ। ਜਿਸ ਵੇਲੇ ਇਹ ਗੱਲਾਂ ਗੋਪੀ ਚੰਦ ਦੀਆਂ ਸੁਣੀਆਂ, ਮੰਗਲਨਾਥ ਨੇ ਸ਼ਾਬਾਸ਼ ਆਖਿਆ ਵੀ ਵਾਹ ਗੋਪੀ ਚੰਦ, ਤੇਰੇ ਅੰਦਰ ਇੰਨੀ ਨਿਰਮਾਣਤਾ, ਇੰਨੀ ਨਿਮਰਤਾ, ਜਿਸ ਨਿਮਰਤਾ ਕਰਕੇ ਤੂੰ ਏਡਾ ਮਹਾਨ ਹੋਇਆ ਏ। ਸਵਈਆ ਮੰਗਲ ਨਾਥ ਕਹੈ ਸਤ ਭਾਖਤ, ਐਸੇ ਕਰੇ ਸਿਧ ਸਾਧਕ ਜੋਈ। ਮੰਗਲਨਾਥ ਉੱਠੇ ਨੇ, ਸਭਾ ਦੇ ਵਿੱਚ ਹੀ ਉੱਠ ਕੇ ਗੋਪੀ ਚੰਦ ਨੂੰ ਮੱਥਾ ਟੇਕ ਦਿੱਤਾ, ਸਿਰ ਨਵਾ ਦਿੱਤਾ। ਕਹਿੰਦੇ ਉਹ ਰੱਬ ਦੇ ਪਿਆਰਿਆ, ਤੇਰੇ ਨੇਕ ਬਚਨ ਨੇ, ਤੇਰੀ ਜ਼ਿੰਦਗੀ ਦੀ ਕਮਾਈ ਹੈ। ਵੇਖੋ ਜੀ, ਸਿੱਧਾਂ ਦੀ ਉਹ ਸਭਾ ਹੈ, ਗੁਰੂ ਸਾਹਿਬ ਤੇ ਆਏ ਨਹੀਂ। ਇੱਕ ਸਿੱਧ ਹੈ, ਉਹ ਹਰੇਕ ਤੋਂ ਹੀ ਗਾਲਾਂ ਖਾਂਦਾ ਫਿਰਦਾ, ਜਿਹਦੇ ਕੋਲ ਬੈਠੋ ਉਸੇ ਤੋਂ ਬੇਇੱਜ਼ਤੀ ਕਰਾ ਰਿਹਾ ਹੈ। ਤੇ ਇੱਕ ਆ ਬੈਠੇ ਆ ਜਿਨ੍ਹਾਂ ਨੂੰ ਮੰਗਲਨਾਥ ਵਰਗੀਆਂ ਰੂਹਾਂ ਉੱਠ ਕੇ ਮੱਥਾ ਟੇਕਦੀਆਂ ਨੇ। ਕੀ ਹੈ? ਜ਼ੁਬਾਨ ਅਤੇ ਹਿਰਦੇ ਦਾ ਫਲ ਆਖੋ ਸਤਿਨਾਮ। ਤੁਹਾਡੀ ਜ਼ਿੰਦਗੀ 'ਚ ਜੋ ਹੋ ਰਿਹਾ ਤੁਹਾਡੀ ਜ਼ੁਬਾਨ ਦਾ ਫਲ ਹੈ। ਜੋ ਅਸੀਂ ਭੁਗਤ ਰਹੇ ਹਾਂ ਨਾ, ਮੈਂ ਭੁਗਤਦਾ, ਤੁਸੀਂ ਭੁਗਤਦੇ, ਕੋਈ ਹੋਰ ਭੁਗਤਦਾ ਏ, ਇਹ 'ਚ ਕਿਸੇ ਦਾ ਕੋਈ ਕਸੂਰ ਨਹੀਂ ਹੈ। ਸਾਡੀ ਆਪਣੀ ਕੀਤੀ ਹੋਈ ਕਰਤੂਤ ਹੈ, ਸਾਡੀ ਆਪਣੀ ਜ਼ੁਬਾਨ ਦਾ ਫਲ ਹੈ, ਜ਼ੁਬਾਨ ਦਾ ਰਸ ਹੈ। ਜਿਹੋ ਜਿਹਾ ਅਸੀਂ ਕਿਸੇ ਨੂੰ ਬੋਲਿਆ ਉਹੋ ਜਿਹਾ ਪਾ ਲਈ। ਹੁਣ ਗੋਪੀ ਚੰਦ ਦੇ ਬੋਲ ਕਿੰਨੇ ਪਿਆਰੇ ਤੇ ਸ਼ੁਭ ਨੇ। ਉਹਨਾਂ ਬੋਲਾਂ ਨੂੰ ਸੁਣ ਕੇ ਮੰਗਲਨਾਥ ਨੇ ਮੱਥਾ ਟੇਕਿਆ। ਕਹਿੰਦੇ ਸਤ ਬਚਨ ਪਿਆਰੇ, ਤੇਰੇ ਬਚਨ ਰੱਬ ਦੀ ਕਿਰਪਾ ਦੇ ਨਾਲ ਜੀਵਨ ਵਿੱਚ ਲੱਥ ਜਾਣ, ਜੀਵਨ ਮਹਾਨ ਹੋ ਜਾਵੇ। ਹੋਏ ਨਰਿੰਜਨ ਕੀ ਕਰੁਣਾ ਤਬ, ਭਾਵਤ ਜਗਤ ਹੋਰ ਨ ਕੋਈ। ਕਹਿੰਦੇ ਇਹੀ ਹੈ ਜਿਸ ਦੀ ਵਜ੍ਹਾ ਕਰਕੇ ਰੱਬ ਮਿਲਦਾ ਹੈ। ਅੱਜ ਬੰਦਾ ਰੱਬ ਨੂੰ ਪਾਉਣ ਤੇ ਚੱਲਿਆ, ਪਰ ਆਪਣਾ ਆਪ ਤੇ ਖੋਇਆ ਹੀ ਨਹੀਂ। ਬਾਣੀ ਨੇ ਬਾਰ-ਬਾਰ ਆਖਿਆ, ਕਹਿੰਦੀ ਆਪਣਾ ਆਪ ਖੋ ਕੇ ਤੇ ਵੇਖ, ਤੈਨੂੰ ਰੱਬ ਮਿਲੂਗਾ ਤਾਂ। ਕਿਸੇ ਨੂੰ ਲੱਭਣਾ ਨਾ, ਖੁਦ ਨੂੰ ਗਵਾਉਣਾ ਪੈਂਦਾ ਹੈ। ਜਿਹਨੇ ਆਪਾ ਗਵਾਇਆ ਹੀ ਨਹੀਂ, ਉਹ ਪਾ ਹੀ ਨਹੀਂ ਸਕਦਾ ਕੁਝ। ਉਹਨੂੰ ਪ੍ਰਾਪਤ ਕਦੇ ਕੁਝ ਨਹੀਂ ਹੁੰਦਾ। ਕੁਛ ਗਵਾ ਕੇ ਮਿਲਦਾ ਹੈ, ਕੁਛ ਮਿਲ ਕੇ ਗਵਾਉਣਾ ਪੈਂਦਾ ਹੈ। ਗੁਰੂ ਨਾਨਕ ਸਾਹਿਬ ਦੇ ਪਰਥਾਏ ਗੋਪੀ ਚੰਦ, ਮੰਗਲਨਾਥ ਆਪਣੇ ਗੁਰੂ ਗੋਰਖ ਦੀ ਹਜ਼ੂਰੀ ਵਿੱਚ ਬੈਠ ਕੇ ਕਹਿੰਦੇ ਆ, ਸ਼ੰਭੂਨਾਥ ਤੂੰ ਗਵਾਇਆ ਹੀ ਕੁਛ ਨਹੀਂ ਅਜੇ ਤੱਕ। ਤੇ ਜਿਹਨੇ ਗਵਾਇਆ ਨਾ ਹੋਵੇ, ਜੇ ਉਹਨੇ ਕਿਤੇ ਪਾ ਲਿਆ, ਉਹਨੂੰ ਕਦਰ ਥੋੜਾ ਹੁੰਦੀ, ਕੀਮਤ ਥੋੜਾ ਹੁੰਦੀ ਉਹਨੂੰ। ਹੁਣ ਜਿਸ ਮਨੁੱਖ ਨੇ ਆਪਣੀ ਜ਼ਿੰਦਗੀ 'ਚ ਆਪਣੀ ਪ੍ਰਾਪਰਟੀ ਗਵਾ ਲਈ, ਲੱਖਾਂ ਰੁਪਇਆ ਇਨਵੈਸਟ ਕੀਤਾ ਤੇ ਲੱਖਾਂ ਦਾ ਘਾਟਾ ਪਿਆ, ਜਿਸ ਦਿਨ ਉਸ ਬੰਦੇ ਕੋਲ ਫੇਰ ਤੋਂ ਕਰੋੜਾਂ ਆਉਂਦੇ ਆ ਨਾ, ਉਹਨੂੰ ਪਤਾ ਹੈ ਵੀ ਮੈਂ ਇਹ ਕਮਾਈ ਕਿਵੇਂ ਕੀਤੀ ਹੈ, ਕਿਵੇਂ ਇੱਕ ਪੈਸਾ ਜੋੜਿਆ, ਕਿਵੇਂ ਰਾਤਾਂ ਨੂੰ ਜਾਗਿਆ। ਉਹ ਕਰਦਾ ਕਦਰ। ਪਰ ਇੱਕ ਨੂੰ ਪਿਓ ਦੀ ਪ੍ਰਾਪਰਟੀ ਮਿਲ ਗਈ, ਬਾਪੂ ਗਿਆ ਗੱਡੀ ਛੱਡ ਗਿਆ ਦੁਨੀਆ, ਪ੍ਰਾਪਰਟੀ ਆ ਗਈ ਕੋਲੇ, ਉਹ ਬੰਦਾ ਚਿੱਟਾ ਪੀਊਗਾ, ਮਾੜੇ ਕੰਮ ਕਰੂਗਾ, ਲੋਕਾਂ ਨਾਲ ਲੜਦਾ ਫਿਰੂਗਾ, ਕਿਉਂਕਿ ਉਹਨੂੰ ਕੀ ਪਤਾ ਉਸ ਮੁੱਲ ਦਾ ਵੀ ਬਣਦੀ ਕਿਵੇਂ ਹੈ, ਇਹ ਮਿਲਦਾ ਕਿਵੇਂ ਸੀ। ਉਹਨੇ ਤੇ ਸੌਖਾ ਖੇਤ ਵੱਢ ਲਿਆ। ਹੁਣ ਇੱਕ ਪਸ਼ੂ ਕਿਸੇ ਦਾ ਖੇਤ ਚਰਦਾ ਹੈ, ਉਹਨੂੰ ਕਿਹੜਾ ਹਜਮ ਹੁੰਦਾ? ਬਿਮਾਰ ਹੋ ਜਾਂਦੇ ਲੋਕਾਂ ਦੇ ਪਸ਼ੂ, ਲੋਕਾਂ ਦੇ ਖੇਤਾਂ ਨੂੰ ਚਰ ਕੇ। ਕਹਿੰਦੇ ਉਹ ਹਾਲਤ ਮਨੁੱਖ ਦੀ ਹੋ ਜਾਂਦੀ ਹੈ। ਜਦੋਂ ਇਹ ਸਾਰੀਆਂ ਗੱਲਾਂ ਸ਼ੰਭੂਨਾਥ ਸੁਣਦਾ ਗਿਆ, ਉੱਠ ਕੇ ਸਭਾ ਤੋਂ ਜਾਣ ਲੱਗਿਆ। ਗੁਰੂ ਗੋਰਖ ਕਹਿੰਦੇ ਜਰਨਾ ਸਿੱਖੋ ਆਖੋ ਸਤਿਨਾਮ। ਸੁਣੋ, ਕੋਈ ਕਰਮਾਂ ਨਾਲ ਸੁਣੋ। ਹੁਣ ਗੁਰੂ ਦਾ ਬੋਲ ਕਿੱਥੇ ਮੋੜ ਸਕਦਾ ਹੈ? ਚੁੱਪ ਚਪੀਤਾ ਦਬਿਆ ਘੁੱਟਿਆ, ਸਭਾ ਵਿੱਚ ਬੈਠਾ ਰਿਹਾ। ਮਨ ਰਹੇ ਮਨ ਮਾਨ ਕਣੋ, ਨੈ ਜਾਣਤ ਆਨ ਸਮਾਜ ਜੇ ਹੋਈ। ਕਹਿੰਦੇ ਜੇ ਮਨ ਵਿੱਚ ਮਨੁੱਖ ਦੇ ਰੱਤੀ ਮਾਤਰ ਵੀ ਮਾਣ ਰਹਿ ਜੇ ਨਾ, ਤੇ ਉਹਨੂੰ ਸਮਾਜ ਵਿੱਚ ਕੁਛ ਵੀ ਆਪਣਾ ਨਹੀਂ ਲੱਗਦਾ, ਆਪਣਾ ਬਣਦਾ ਹੀ ਨਹੀਂ ਉਹਦਾ। ਮਾਣ ਕਹਿੰਦਾ ਹੈ ਜੇ ਆਹ ਬੰਦਾ ਮੇਰੇ ਨਾਲ ਤੁਰਦਾ ਹੈ, ਸ਼ਾਇਦ ਇਹ ਲਾਲਚ ਹੈ ਕੋਈ ਇਹਨੂੰ, ਇਹ ਮੇਰੇ ਪਿੱਛੇ ਤੁਰਿਆ ਫਿਰਦਾ ਹੈ, ਇਹ ਕੁਝ ਕਮਾਉਣ ਨੂੰ ਫਿਰਦਾ ਹੈ। ਮਾਨੀ ਅਭਿਮਾਨੀ ਹੀ ਸੋਚਦਾ ਨਾ, ਮਾਇਆਧਾਰੀ ਬੰਦਾ। ਤੇ ਜਿਸ ਬੰਦੇ ਨੂੰ ਪਤਾ ਹੈ ਵੀ ਇਹ ਮੈਨੂੰ ਪ੍ਰੇਮ ਕਰਦੇ ਆ, ਮੈਨੂੰ ਪਿਆਰ ਕਰਦੇ, ਕਮਾਉਣ ਵਾਸਤੇ ਨਹੀਂ ਤੁਰੇ ਫਿਰਦੇ, ਇਹ ਮੈਨੂੰ ਆਪਣਾ ਸਮਝ ਕੇ ਨਾਲ ਤੁਰਦੇ ਆ, ਉਹ ਗੱਲ ਹੋਰ ਵੱਡੀ ਹੈ। ਤੇ ਰੱਬ ਦੇ ਪਿਆਰੇ ਬੰਦਗੀ ਵਾਲੇ ਕਦੇ ਨਹੀਂ ਸੋਚਦੇ ਵੀ ਇਹ ਮਨੁੱਖ ਸਾਡੇ ਨਾਲ ਤੁਰਿਆ ਕਿਉਂ ਫਿਰਦਾ ਹੈ। ਹੁਣ ਇਹ ਸਾਰੀਆਂ ਗੱਲਾਂ ਜਦੋਂ ਸ਼ੰਭੂਨਾਥ ਨੇ ਸੁਣੀਆਂ, ਉਹਨੂੰ ਬੁਰੀਆਂ ਲੱਗਣ, ਤੇ ਬਾਕੀ ਜਿਹੜੇ ਸਿੱਧ ਬੈਠੇ ਸੀ ਉਹਨਾਂ ਨੂੰ ਚੰਗੀਆਂ ਲੱਗਦੀਆਂ। ਉਹਨਾਂ ਨੇ ਮੰਨ ਲਿਆ, ਉਹਨਾਂ ਹਾਰ ਸਵੀਕਾਰ ਕਰ ਲਈ ਵੀ ਅਸੀਂ ਗੁਰੂ ਨਾਨਕ ਸਾਹਿਬ ਤੋਂ ਹਾਰ ਕੇ ਆਏ ਹਾਂ। ਭਾਵੇਂ ਕਲੀਫਾ ਹੋਵੇ, ਹਨੀਫਾ ਹੋਵੇ, ਸ਼ੰਗਰਨਾਥ ਹੋਵੇ, ਸਭ ਨੇ ਮੰਨਿਆ। ਪਰ ਇੱਕ ਸ਼ੰਭੂਨਾਥ ਸੀ ਜੋ ਆਪਣੀ ਹਉਮੈ 'ਚ ਕਹਿੰਦਾ ਮੈਂ ਹਾਰਿਆ ਹੀ ਨਹੀਂ,
ਮੈਨੂੰ ਕੋਈ ਹਰਾ ਨਹੀਂ ਸਕਦਾ। ਜੋਗ ਤਹੀ ਨ ਰਹਿ ਨਰ ਤੇ ਮਹਿਮਨ ਮਨ ਸੰਤਨ ਸੋਈ। ਕਹਿੰਦੇ ਜੋ ਮਨੁੱਖ ਰੱਬ ਦੇ ਪਿਆਰਿਆਂ ਦੀ ਮਹਿਮਾ ਨਹੀਂ ਕਰਦਾ, ਉਹਨਾਂ ਨਾਲ ਪ੍ਰੇਮ ਨਹੀਂ ਕਰਦਾ, ਉਹ ਯੋਗ ਨਹੀਂ ਕਮਾ ਸਕਦਾ, ਧਰਮ ਨਹੀਂ ਕਮਾ ਸਕਦਾ। ਧਰਮ ਤੇ ਮੁਹੱਬਤ ਸਿਖਾਉਂਦਾ ਹੈ, ਧਰਮ ਤੇ ਪ੍ਰੇਮ ਸਿਖਾਉਂਦਾ ਹੈ। ਜੇ ਧਰਮ 'ਚ ਆ ਜੇ ਕੱਟੜਪੁਣਾ, ਧਰਮ 'ਚ ਆ ਜੇ ਹਉਮੈ, ਧਰਮ 'ਚ ਆ ਜੇ ਹੰਕਾਰ, ਉਹ ਬੰਦਾ ਇਨਸਾਨੀਅਤ ਦੀ ਸੇਵਾ ਕਰ ਸਕਦਾ ਹੈ? ਕਦੇ ਵੀ ਨਹੀਂ ਕਰ ਸਕਦਾ। ਹੁਣ ਔਰੰਗਜ਼ੇਬ ਵਿੱਚ ਕੱਟੜਤਾ ਹੀ ਸੀ, ਉਹ ਕਿਹੜਾ ਮੁਸਲਮਾਨ ਨਹੀਂ ਸੀ। 5 ਵੇਲੇ ਦੀਆਂ ਨਮਾਜ਼ਾਂ ਪੜ੍ਹਦਾ ਸੀ, ਅੱਲਾ ਨੂੰ ਮੰਨਦਾ ਸੀ, ਅੱਲਾ ਤੋਂ ਬਿਨਾਂ ਕੁਛ ਨਹੀਂ ਸੀ ਮੰਨਦਾ। ਨਰਕ ਨੂੰ ਕਿਉਂ ਗਿਆ? ਕੱਟੜਪੁਣਾ ਲੈ ਬੈਠਾ। ਉਹ ਕਹਿੰਦਾ ਅੱਲਾ ਤੋਂ ਬਿਨਾਂ ਕੁਝ ਨਾ ਹੋਵੇ। ਗੱਲ ਤੇ ਠੀਕ ਸੀ, ਤਰੀਕੇ ਗਲਤ ਸੀ। ਨਾਲ ਹਉਮੈ ਚੱਕੀ ਫਿਰਦਾ ਸੀ ਵੀ ਇੱਕ ਅੱਲਾ ਨਾਲ ਜੋੜਨ ਵਾਲਾ ਸਿਰਫ ਮੈਂ ਹੀ ਮੈਂ ਹਾਂ, ਮੇਰੇ ਬਿਨਾਂ ਕੋਈ ਹੋਰ ਨਹੀਂ। ਤੇ ਅੱਜ ਗੁਰੂ ਗੋਰਖ ਚੁੱਪ ਕਰਕੇ ਬੈਠਾ, ਨੂੰ ਇਹ ਲੱਗਦਾ ਹੈ ਵੀ ਮੇਰੇ ਇਹ ਸੇਵਕ ਨੇ ਨਾ ਜਿਹੜੇ ਅਵਸਥਾ ਕਰਕੇ ਮੇਰੇ ਤੋਂ ਵੱਡੇ ਨੇ, ਤੇ ਉਹ ਮੰਨਦਾ ਹੈ। ਇਹ ਤੇ ਬਹੁਤ ਵੱਡੀ ਗੱਲ ਹੈ। ਤੁਹਾਡਾ ਕੋਈ ਚੇਲਾ ਹੋਵੇ, ਸੇਵਕ ਹੋਵੇ, ਨੌਕਰ ਹੋਵੇ, ਹੋ ਸਕਦਾ ਤੁਹਾਡੇ ਚੋਂ ਕਈ ਗੁਣਾਂ ਵਿੱਚ ਵੱਡਾ ਹੋਵੇ, ਪਰ ਜੇ ਅਸੀਂ ਉਹਦੇ ਗੁਣਾਂ ਤੇ ਪਰਦੇ ਪਾਵਾਂਗੇ, ਉਹਨੂੰ ਦੱਬ ਕੇ ਰੱਖਾਂਗੇ, ਇੱਕ ਨਾ ਇੱਕ ਦਿਨ ਭਾਰੂ ਹੋ ਜਾਊਗਾ। ਪਰ ਸੱਚ ਨੂੰ ਜੇ ਸੱਚ ਕਵਾਂਗੇ, ਉਹ ਤੁਹਾਡੀ ਇੱਜ਼ਤ ਸਦਾ ਕਰਦਾ ਰਹੇਗਾ। ਵੀ ਫਲਾਣੇ ਨੂੰ ਮੈਂ ਆਪਣਾ ਬਣਾਇਆ ਸੀ, ਮਾਲਕ ਨੂੰ, ਉਹ ਮਾਲਕ ਮੈਨੂੰ ਬੜਾ ਪਿਆਰ ਕਰਦਾ ਸੀ, ਇੱਜ਼ਤ ਕਰਦਾ ਸੀ। ਇਸੇ ਤਰ੍ਹਾਂ ਜਦੋਂ ਕਹਿੰਦੇ ਸਾਰੇ ਸਿੱਧਾਂ ਨੇ ਸੁਣਿਆ, ਗੋਰਖਨਾਥ ਨੇ ਵੀ ਸੁਣਿਆ, ਉਸ ਵੇਲੇ ਕੋਲ ਬੈਠੇ ਸਨ ਭਰਥਰੀ। ਕਹਿੰਦਾ ਮਹਾਂਪੁਰਖੋ, ਤੁਸੀਂ ਵੀ ਕੋਈ ਬਚਨ ਸੁਣਾ ਦਿਓ ਰੱਬ ਦੇ ਘਰ। ਇਹ ਰੱਬ ਦੇ ਘਰ ਦੀਆਂ ਗੱਲਾਂ ਸੀ, ਬਾਕੀਆਂ ਨੂੰ ਚੰਗੀਆਂ ਲੱਗਦੀਆਂ ਨੇ, ਹਉਮੈ ਦੇ ਭਰੇ ਨੂੰ ਇਹ ਕੁਝ ਵੀ ਚੰਗਾ ਲੱਗਦਾ ਨਹੀਂ। ਦੋਹਰਾ ਇਸ ਬਿਦ ਕਰਤ ਸਮੀਰ ਪਰ ਸਰਬ ਸਿੱਧ ਮਿਲ ਬਾਦ ਭਇਓ ਧਿਆਏ ਪੂਰਨ ਅਬੈ ਸ੍ਰੀ ਸਤਿਗੁਰੂ ਪ੍ਰਸਾਦ। ਮਹਾਕਵੀ ਭਾਈ ਸੰਤੋਖ ਸਿੰਘ ਆਖਦੇ ਆ ਕਿ ਇਹਦੇ ਸੁਮੇਰ ਪਰਬਤ ਉੱਤੇ ਚਰਚਾ ਚੱਲਦੀ ਰਹੀ, ਸਿੱਧ ਆਪਸ ਵਿੱਚ ਲੜਦੇ ਰਹੇ। ਲੜਨ ਵਾਲੀਆਂ ਦੋ ਧਿਰਾਂ ਬਣ ਗਈਆਂ। ਇੱਕ ਤੇ ਸ਼ੰਭੂਨਾਥ ਨਾਲ 2-4 ਮੇਰੇ ਵਰਗੇ ਇਕੱਠੇ ਹੋ ਗਏ, ਉਧਰ ਮੰਗਲਨਾਥ, ਗੋਪੀ ਚੰਦ, ਭਰਥਰੀ, ਤੇ ਉਹਨਾਂ ਨਾਲ ਹੋ ਗਿਆ ਗੋਰਖ ਜੋ ਗੁਰੂ ਹੈ। ਤੇ ਮਸ਼ਿੰਦਰ ਨਾਥ ਨਾ ਦੋਨੇ ਪਾਸੇ ਸੁਣਦਾ ਗੱਲ, ਕਦੇ ਉਧਰ ਬੋਲ ਪੈਂਦਾ, ਕਦੇ ਉਧਰ ਬੋਲ ਪੈਂਦਾ। ਕਵੀ ਜੀ ਕਹਿੰਦੇ ਸੁਮੇਰ ਪਰਬਤ ਤੇ ਚਰਚਾ ਹੋ ਗਈ। ਹੁਣ ਇਹ ਚਰਚਾ 'ਚ ਮਾਹੌਲ ਬਣ ਗਿਆ। ਕਹਿਣ ਲੱਗੇ ਸਿੱਧ ਵੀ ਜਿੰਨਾ ਕਰਕੇ ਸਭ ਕੁਝ ਹੁੰਦਾ ਏ, ਉਹਨਾਂ ਨੂੰ ਸੱਦਾ ਦਿੱਤਾ ਜਾਵੇ। ਆਖੋ ਸਤਿਨਾਮ, ਭਾਵ ਗੁਰੂ ਨਾਨਕ ਸਾਹਿਬ। ਏਕਾ ਹੋ ਗਿਆ ਨਾ ਸਿੱਧਾਂ ਦਾ। ਹੁਣ ਵੀ ਜਾਣਨਾ ਚਾਹੁੰਦੇ ਆ, ਅਸੀਂ ਕੁਝ ਪੁੱਛਣਾ ਚਾਹੁੰਦੇ ਆ, ਆਪਾਂ ਇਕੱਠੇ ਹੋ ਕੇ ਕਰਾਮਾਤਾਂ ਵਰਤਾਵਾਂਗੇ, ਇਕੱਠੇ ਹੋ ਕੇ ਸਵਾਲ ਜਵਾਬ ਕਰਾਂਗੇ। ਕੌਣ ਜਾਏਗਾ? ਗੁਰੂ ਨਾਨਕ ਸਾਹਿਬ ਨੂੰ ਬੁਲਾਉਣ। ਕਹਿੰਦੇ ਜੀ ਉਸ ਵੇਲੇ ਕਈ ਸਿੱਧ ਚੁੱਪ ਹੋ ਗਏ ਵੀ ਆਪਾਂ ਤਾਂ ਨਹੀਂ ਜਾਂਦੇ। ਹੁਣ ਜਿਹੜੇ ਆਖਣ ਵਾਲੇ ਸੀ ਉਹ ਕਹਿੰਦੇ ਅਸੀਂ ਨਹੀਂ ਜਾਂਦੇ, ਸਾਨੂੰ ਕੀ ਲੋੜ ਹੈ, ਅਸੀਂ ਕਿਉਂ ਮਿੰਨਤਾਂ ਕਰੀਏ। ਪਰ ਉਹਨਾਂ 'ਚ ਮੰਗਲਨਾਥ ਜਾਣਾ ਚਾਹੁੰਦਾ, ਭਰਥਰੀ ਜਾਣਾ ਚਾਹੁੰਦਾ, ਗੋਪੀ ਜਾਣਾ ਚਾਹੁੰਦਾ, ਕਿਉਂਕਿ ਇਹ ਪ੍ਰੇਮ ਵਾਲੇ ਆ। ਇਹ ਕਹਿੰਦੇ ਨੀਵੇਂ ਹੋਇਆਂ 'ਚ ਜਾਂਦਾ ਕੀ ਹੈ, ਨਿਮਰਤਾ 'ਚ ਬੇਨਤੀ ਕਰੀਏ, ਵਡੱਪਣ ਹੈ। ਆਕੜ ਵਾਲੇ ਨੂੰ ਤੇ ਆਪਣੇ ਵੀ ਛੱਡ ਜਾਂਦੇ ਆ, ਉਹ ਵੀ ਨਾਲ ਨਹੀਂ ਖੜਦੇ। ਬਾਕੀ ਕਹਿੰਦੇ ਅਸੀਂ ਨਹੀਂ ਜਾਣਾ। ਫਿਰ ਆਖਰਕਾਰ ਡਿਸਾਈਡ ਕੀਤਾ ਗਿਆ ਵੀ ਜੋ ਗੁਰੂ ਗੋਰਖ ਕਹਿਣਗੇ ਉਹ ਹੀ ਹੋਏਗਾ। ਗੁਰੂ ਜੀ ਡਿਊਟੀ ਲਾਉਣਗੇ। ਕਹਿੰਦੇ ਬੁਲਾਇਆ ਜਾਵੇ ਗੁਰੂ ਨਾਨਕ ਸਾਹਿਬ ਨੂੰ ਅਦਬ ਸਤਿਕਾਰ ਸਹਿਤ, ਤਾਂ ਜੋ ਇੱਥੇ ਚੱਲ ਕੇ ਆਉਣ, ਸਾਰੇ ਸਿੱਧ ਬਹਿ ਕੇ ਉਹਨਾਂ ਨੂੰ ਸਵਾਲ ਕਰਨ। ਹੁਣ ਤੇ ਕੱਲਾ ਕੱਲਾ ਜਾਂਦਾ ਰਿਹਾ। ਤੇ ਸ਼ੰਭੂਨਾਥ ਹੋ ਗਿਆ ਖੁਸ਼ ਵੀ ਜਦੋਂ ਬਾਬਾ ਨਾਨਕ ਇੱਥੇ ਆ ਜਾਊਗਾ, ਸਾਰੇ ਸਿੱਧ ਇਕੱਠੇ ਟੁੱਟ ਕੇ ਪੈ ਜਾਣਗੇ, ਉਹਨਾਂ ਨੂੰ ਤੇ ਕੋਈ ਗੱਲ ਹੀ ਨਹੀਂ ਸੁਝਣੀ। ਆਪ ਸਤਿਨਾਮ, ਉਹ ਜਵਾਬ ਹੀ ਨਹੀਂ ਦੇ ਪਾਉਣਗੇ। ਖੁਸ਼ੀ ਹੋ ਗਈ। ਗਿੱਦੜਾਂ ਦਾ ਗਰੁੱਪ ਇਕੱਠਾ ਹੋਇਆ ਫਿਰਦਾ ਸ਼ੇਰ ਨੂੰ ਮਾਰਨ ਵਾਸਤੇ, ਪਰ ਕੁਝ ਚੰਗੇ ਬੈਠੇ ਆ ਜੋ ਸਿੱਖਣਾ ਚਾਹੁੰਦੇ ਆ, ਝੁਕਣਾ ਚਾਹੁੰਦੇ ਆ, ਕੁਝ ਪਾਉਣਾ ਚਾਹੁੰਦੇ ਆ, ਕੁਝ ਗਵਾਉਣਾ ਚਾਹੁੰਦੇ ਆ। ਜਿਵੇਂ ਜਿਵੇਂ ਸਤਿਗੁਰੂ ਕਿਰਪਾ ਕਰਨਗੇ, ਕੱਲ੍ਹ ਦੇ ਦੀਵਾਨਾਂ 'ਚ ਨਵੇਂ ਪ੍ਰਸੰਗਾਂ ਦੀ ਆਰੰਭਤਾ ਹੋਣੀ ਹੈ। ਗੁਰੂ ਪਾਤਸ਼ਾਹ ਦੀ ਦਇਆ ਨਾਲ ਆਨੰਦ ਮਾਣਾਂਗੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।